ਵੈਸੇ ਹੈ ਤਾਂ ਅਸੀਂ ਆਪਣੇ ਫਾਦਰ ਸਾਹਿਬ ਦੀ ਹੈਲਪ ਕਰ ਰਹੇ ਹਾਂ ਇਸ ਚੀਜ਼ ਦੇ ਵਿੱਚ, ਬਟ ਹੁਣ ਅਸੀਂ ਇਹਨੂੰ ਕਿੱਤਾ ਐਜ਼ ਅ ਪ੍ਰੋਫੈਸ਼ਨ ਲੈ ਰਹੇ ਹਾਂ। ਕੁੜੀਆਂ ਨੂੰ ਇਦਾਂ ਦੇ ਸ਼ੌਂਕ ਘੱਟ ਹੀ ਹੁੰਦੇ ਆ, ਕੋਈ ਵੀ ਡਿਫਰੈਂਟ ਚੀਜ਼ ਕਰਨੀ ਹੁੰਦੀ ਹੈ ਨਾ, ਉਹ ਸ਼ੌਂਕ ਨਹੀਂ ਆਪਾਂ ਕਹਿ ਸਕਦੇ, ਇਹ ਤਾਂ ਇੱਕ ਤਰ੍ਹਾਂ ਦੀ ਮਜਬੂਰੀ ਸੀ। ਅਸੀਂ ਆਪਣੇ ਡੈਡੀ ਜੀ ਦੇ ਰੱਖੜੀ ਬੰਨ੍ਹਦੇ ਦੀ ਆ, ਪਿਓ ਆ ਉਹੀ ਸਾਡੇ ਲਈ, ਭਰਾ ਵਾ ਉਹੀ ਸਾਡੇ ਲਈ ਸਾਰੇ ਕੁਝ ਨੇ। ਮੈਨੂੰ ਉਦੋਂ ਥੋੜਾ ਹਿਸਾਬ ਹੀ ਨਹੀਂ ਸੀਗਾ, ਮੈਂ ਹੱਥ ਲਾ ਲੈਣਾ, ਉਹ ਚਿਗਿਆੜਾ ਪੈਰ ਤੇ ਡਿੱਗ ਜਾਣਾ ਜਾਂ ਇੱਥੋਂ ਕੱਪੜਿਆਂ ਦੇ ਵਿੱਚ ਚਲ ਜਾਣਾ। ਉਦੋਂ ਗੁੱਸਾ ਆਉਂਦਾ ਹੁੰਦਾ ਸੀ ਵੀ ਕੀ ਕੰਮ ਆ ਇਹ। ਅਸੀਂ ਫਿਰ ਸਟਾਰਟਿੰਗ ਤੋਂ ਹੀ ਇਹ ਕੰਮ ਦੇ ਵਿੱਚ ਹੀ ਆ, ਨੀਚੇ ਘੁੰਮੀ ਜਾਣਾ, ਚਾਬੀ ਲੈ ਕੇ ਪਾਨਾ ਲੈ ਕੇ ਨਟ ਕੱਸਣ ਆਪਣਾ ਖੋਲ੍ਹਣ ਆਪਣਾ। ਫਿਰ ਹੋਰ ਵੀ ਇੱਦਾਂ ਹੋ ਜਾਂਦਾ ਵੀ ਕਿਤੇ ਹੋਰ ਵੀ ਜਾ ਕੇ ਕੋਈ ਨਵਾਂ ਕੰਮ ਸਿੱਖਣਾ ਆ, ਇਹ ਵੀ ਜੇ ਅਸੀਂ ਇਹ ਕੰਮ ਸਿੱਖ ਲੈਂਦੇ ਹਾਂ ਤਾਂ ਸਾਡੇ ਹੱਥਾਂ 'ਚ ਗਾਉਣੇ ਕਿਹੜੇ ਕਿਤੇ ਜਾਣੇ ਆ। ਸਾਡੇ ਕੋਲ 18 ਤੋਂ ਲੈ ਕੇ ਅਸੀਂ 42 ਤੱਕ ਤਵੀਆਂ ਰੈਡੀ ਕਰ ਦਿੰਦੇ ਆ, ਤੇ ਹਲ ਹੋ ਗਏ, ਸੁਹਾਗੇ ਹੋ ਗਏ, ਕਰਾਹ ਹੋ ਗਏ, ਜਿੰਦਰੇ ਹੋ ਗਏ, ਆਪਾਂ ਇਹ ਸਾਰਾ ਮਤਲਬ ਪ੍ਰੋਡਕਸ਼ਨ ਦੇ ਵਿੱਚ ਰੈਡੀ ਕਰਦੇ ਆ। ਧੀਆਂ ਵਾਲਾ ਹੀ ਸਮਝ ਸਕਦਾ ਵਾ ਵੀ ਮੇਰੀਆਂ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ। ਜਿਹਨੂੰ ਪਰਮਾਤਮਾ ਕੁੜੀਆਂ ਨਹੀਂ ਦਿੰਦਾ ਉਹਨੂੰ ਤਾਂ ਇਹ ਲੱਗਦਾ ਇਹ ਕੀ ਬੰਦਾ ਆ, ਆਪਣੀਆਂ ਕੁੜੀਆਂ ਤੋਂ ਦਿਹਾੜੀਆਂ ਕਰਾਉਂਦਾ ਵਾ ਜਾਂ ਇੱਦਾਂ ਕਰਵਾਉਂਦਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਕਮਲਦੀਪ ਕੌਰ। ਸਮਾਂ ਬਦਲ ਰਿਹਾ, ਸਮੇਂ ਦੇ ਨਾਲ ਲੋਕਾਂ ਦੀ ਸੋਚ ਵੀ ਬਦਲ ਰਹੀ ਹੈ। ਧੀਆਂ ਪੁੱਤਾਂ 'ਚ ਫਰਕ ਖਤਮ ਹੋ ਰਿਹਾ ਤੇ ਮਾਪੇ ਵੀ ਧੀਆਂ ਨੂੰ ਪੁੱਤਾਂ ਦੀ ਤਰ੍ਹਾਂ ਪਾਲ ਰਹੇ ਨੇ ਤੇ ਹਰ ਇੱਕ ਕਿੱਤੇ ਦੇ ਵਿੱਚ ਉਹਨਾਂ ਨੂੰ ਕੰਮ ਕਰਨ ਲਈ ਭੇਜ ਰਹੇ ਨੇ। ਅਸੀਂ ਮਹਿਲਾ ਪੁਲਿਸ ਮੁਲਾਜ਼ਮ ਵੀ ਵੇਖਦੇ ਹਾਂ, ਅਸੀਂ ਮਹਿਲਾ ਅਧਿਆਪਕ ਵੀ ਦੇਖਦੇ ਹਾਂ ਤੇ ਅਸੀਂ ਮਹਿਲਾ ਡਾਕਟਰ ਵੀ ਦੇਖਦੇ ਹਾਂ, ਪਰ ਕੀ ਤੁਸੀਂ ਕਦੇ ਮਹਿਲਾ ਵੈਲਡਰ ਵੇਖਿਆ ਨੇ? ਨਹੀਂ ਦੇਖਿਆ ਨਾ। ਤਾਂ ਅੱਜ ਅਸੀਂ ਜਲੰਧਰ ਦੇ ਪਿੰਡ ਗੁੜੇ ਪਹੁੰਚਿਆ ਤਾਂ ਅਜਿਹੀਆਂ ਭੈਣਾਂ, ਅਜਿਹੀਆਂ ਧੀਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਜੋ ਕਿ ਆਪਣੇ ਮਾਤਾ ਪਿਤਾ ਦੇ ਨਾਲ ਰਲ ਕੇ ਜੋ ਹੈ ਕੰਮ ਕਰਾ ਰਹੀਆਂ, ਪਿਤਾ ਦਾ ਜੋ ਹੈ ਹੱਥ ਵਟਾ ਰਹੀਆਂ ਨੇ। ਪਿੰਡ ਗੁੜੇ ਅਸੀਂ ਪਹੁੰਚਿਆ। ਛੱਡ ਦਿਓ ਕੰਮ ਹੁਣ ਬਹੁਤ ਹੋ ਗਿਆ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਹਰਪਾਲ ਕੌਰ। ਸਭ ਤੋਂ ਪਹਿਲਾ ਸਵਾਲ ਹੈ ਨਾ, ਕੁੜੀਆਂ ਦੇਖੀਆਂ ਨੇ ਇਹੋ ਜਿਹਾ ਕੰਮ ਕਰਦੀਆਂ, ਹਾਲਾਂਕਿ ਮੁੰਡੇ ਵੀ ਇਹ ਜਿਹੇ ਕੰਮ ਤੋਂ ਪਿੱਛੇ ਭੱਜਦੇ ਨੇ, ਤਾਂ ਕੁੜੀਆਂ ਕਿਵੇਂ? ਬਸ ਇੱਕ ਤਰ੍ਹਾਂ ਦਾ ਇੱਕ ਕੁੜੀਆਂ ਮਤਲਬ ਸਾਨੂੰ ਤਾਂ ਕੰਮ ਕਰਦੇ ਨੂੰ ਬਹੁਤ ਟਾਈਮ ਹੋ ਗਿਆ, ਮੀਨਸ ਲੋਕਾਂ ਨੂੰ ਹੁਣ ਪਤਾ ਲੱਗਿਆ ਵੀ ਕੁੜੀਆਂ ਇਸ ਲਾਈਨ ਦੇ ਵਿੱਚ ਹੈਗੀਆਂ ਆ। ਸੋ ਤੁਸੀਂ ਚੈਨਲ ਵਾਲਿਆਂ ਕਰਕੇ ਜ਼ਿਆਦਾ ਹੋਇਆ ਹੈ। ਸਮਾਂ ਕਿੰਨਾ ਹੋ ਗਿਆ? ਮੈਨੂੰ ਕੰਮ ਕਰਦੀ ਨੂੰ ਹੋ ਗਏ 8-9 ਮਹੀਨੇ ਹੋ ਗਏ ਇਸ ਲਾਈਨ ਦੇ ਵਿੱਚ। ਉੱਦਾਂ ਤਾਂ ਸਟਾਰਟਿੰਗ ਦੇ ਵਿੱਚੋਂ ਹੀ ਫਾਦਰ ਸਾਹਿਬ ਦੇ ਨਾਲ ਜਿਵੇਂ ਆਪਾਂ ਹੁਣ ਕਹਿ ਲਈਏ ਵੀ ਡੇਲੀ ਵਾਂਗ ਕਰਨਾ ਵਾ, ਉਹਦੇ ਲਈ ਮੈਨੂੰ 8-9 ਮਹੀਨੇ ਹੋ ਗਏ ਇਸ ਲਾਈਨ 'ਚ। ਹਾਂਜੀ। ਕਿੰਨਾ ਟਾਈਮ ਫਿਰ ਵੈਲਡਿੰਗ ਚੱਲਦੀ ਹੈ? ਵੈਲਡਿੰਗ ਸਾਰਾ ਦਿਨ ਹੀ, ਮਤਲਬ ਜਿੰਨਾ ਕੰਮ ਦੇ ਅਕੋਰਡਿੰਗ, ਕੰਮ ਕਿਹੜਾ ਖਤਮ ਹੁੰਦਾ, ਲਗਾਤਾਰ ਬਣਾਈ ਜਾ ਰਹੇ ਹਾਂ, ਸਮਾਨ ਬਣਾਈ ਜਾ ਰਹੇ ਹਾਂ, ਤਾਂ ਫਿਰ ਵੈਲਡਿੰਗ ਮੈਨੂੰ ਐਜ਼ ਅ ਵੈਲਡਰ। ਰੈਸਟ ਦੀ ਵੀ ਤਾਂ ਲੋੜ ਚਾਹੀਦੀ ਹੈ ਨਾ, ਆਰਾਮ ਵੀ ਚਾਹੀਦਾ ਆਪਾਂ ਨੂੰ। ਘਰ ਦਾ ਕੰਮ ਆ, ਰੈਸਟ ਮਾੜੀ ਮੋਟੀ ਹੋ ਹੀ ਜਾਂਦੀ ਆ ਵਿੱਚ ਇੱਧਰ ਉੱਧਰ ਕਰਦੇ। ਹਾਂਜੀ ਹੋ ਜਾਂਦੀ ਰੈਸਟ। ਇੱਦਾਂ ਨਹੀਂ ਵੀ ਛੁੱਟੀ ਦੀ ਗੱਲ ਕਰਦੇ ਹੋ ਤੁਸੀਂ? ਛੁੱਟੀ ਜਿਵੇਂ ਹੁਣ ਸਰਕਾਰੀ ਟੀਚਰ ਨੇ ਜਾਂ ਹੋਰ ਹਰ ਇੱਕ ਕੰਮ ਦੇ ਵਿੱਚ ਛੁੱਟੀ ਤਾਂ ਹੁੰਦੀ ਹੈ ਨਾ? ਨਹੀਂ, ਸਾਡੇ ਕੰਮ 'ਚ ਕੋਈ ਛੁੱਟੀ ਨਹੀਂ। ਅਸੀਂ ਸੰਡੇ ਨੂੰ ਵੀ ਇੱਥੇ ਹੀ ਹੁੰਦੇ ਆ। ਸੰਡੇ ਨੂੰ ਸਮਾਂ ਕੇ ਜ਼ਿਆਦਾ ਗਾਹਕ ਆਉਂਦੇ ਆ ਸਾਡੇ ਕੋਲ, ਕਿਉਂਕਿ ਉਹਨਾਂ ਨੂੰ ਇੱਦਾਂ ਹੁੰਦਾ ਆ, ਉਹ ਵੀ ਆਪਣੇ ਹਰ ਇੱਕ ਨੂੰ ਮਤਲਬ ਸੰਡੇ ਦੀ ਛੁੱਟੀ ਦਾ ਲਾਹਾ ਹੋ ਜਾਂਦਾ ਹੈ ਨਾ। ਸੋ ਅਸੀਂ ਵੀ ਸੰਡੇ ਨੂੰ ਆਫ ਕਰ ਦਾਂਗੇ ਫਿਰ ਥੋੜੀ ਗੱਲ ਜਿਹੀ ਨਹੀਂ ਬਣਦੀ। ਸੋ ਆਪਾਂ ਵਿਚਲੇ ਕਿਸੇ ਦਿਨ ਛੁੱਟੀ ਕਰ ਦਿੰਦੇ ਨੇ ਤੇ ਸੰਡੇ ਨੂੰ ਵੀ ਸਾਡੀ ਸ਼ੌਪ, ਸਾਨੂੰ ਨਹੀਂ ਛੁੱਟੀ ਹੁੰਦੀ। ਮਤਲਬ ਸਿੱਖਿਆ ਕਿੱਥੋਂ ਕੰਮ? ਪਿਤਾ ਤੋਂ ਸ਼ੁਰੂਆਤ ਹੋਈ ਹੈ ਜਾਂ ਕੋਈ ਹੋਰ ਤੁਹਾਡਾ ਉਸਤਾਦ ਰਿਹਾ? ਉਸਤਾਦ ਤਾਂ ਵੈਸੇ ਸਟਾਰਟਿੰਗ ਤਾਂ ਉਹਦਾ ਫਾਦਰ ਸਾਹਿਬ ਨੇ ਹੀ ਲਾਇਆ ਸੀ ਇਸ ਲਾਈਨ ਦੇ ਵਿੱਚ। ਆਪਾਂ ਕਹਿ ਲਈਏ ਵੀ ਤੂੰ ਕੰਮ ਕਰ, ਇਹ 'ਚ ਸਕੋਪ ਹੈਗਾ ਆ, ਜਾਂ ਆਪਣਾ ਘਰ ਦਾ ਕੰਮ ਰੱਖ ਲਓ। ਵੈਸੇ ਹੈ ਤਾਂ ਅਸੀਂ ਆਪਣੇ ਫਾਦਰ ਸਾਹਿਬ ਦੀ ਹੈਲਪ ਕਰ ਰਹੇ ਹਾਂ ਇਸ ਚੀਜ਼ ਦੇ ਵਿੱਚ, ਬਟ ਹੁਣ ਅਸੀਂ ਇਹਨੂੰ ਕਿੱਤਾ ਐਜ਼ ਅ ਪ੍ਰੋਫੈਸ਼ਨ ਲੈ ਰਹੇ ਹਾਂ ਇਸ ਚੀਜ਼ ਨੂੰ। ਹਾਂਜੀ। ਪੂਰੀ ਸੀ ਜਾਂ ਸ਼ੌਂਕ? ਸ਼ੌਂਕ ਨਹੀਂ, ਇਸ ਕੰਮ ਦਾ ਸ਼ੌਂਕ ਕਿਹਨੂੰ ਹੋਊਗਾ? ਵੈਲਡਿੰਗ ਦਾ ਇਹ ਹੁੰਦਾ ਨਾ, ਆਪਾਂ ਕੰਮ ਕਰਦੇ ਫਿਰ ਆਪਾਂ ਨੂੰ ਉਹ ਚੀਜ਼ ਦਾ ਸ਼ੌਂਕ ਪੈ ਜਾਂਦਾ। ਕੁੜੀਆਂ ਨੂੰ ਇਦਾਂ ਦੇ ਸ਼ੌਂਕ ਘੱਟ ਹੀ ਹੁੰਦੇ ਆ, ਕੋਈ ਵੀ ਡਿਫਰੈਂਟ ਚੀਜ਼ ਕਰਨੀ ਹੁੰਦੀ ਹੈ ਨਾ, ਉਹ ਸ਼ੌਂਕ ਨਹੀਂ ਆਪਾਂ ਕਹਿ ਸਕਦੇ, ਇਹ ਤਾਂ ਇੱਕ ਤਰ੍ਹਾਂ ਦੀ ਮਜਬੂਰੀ ਸੀ ਵੀ ਹਾਂਜੀ ਵਿਹਲੇ ਆ ਜਾਂ ਕੋਈ ਹੈਲਪ ਲਈ ਹੈ ਨਹੀਂਗਾ। ਫਾਦਰ ਸਾਹਿਬ ਇਕੱਲੇ ਲੱਗੇ ਰਹਿੰਦੇ ਹੁੰਦੇ ਆ, ਉਹਨਾਂ ਨੂੰ ਹੁੰਦਾ ਜਿੱਦਾਂ ਲੇਬਰ ਸਾਰੀ ਚੱਲ ਜਾਂਦੀ ਸੀ ਤਾਂ ਉਹਨਾਂ ਨੂੰ ਕੋਈ ਪਿੱਛੋਂ ਕੰਮ ਕਰਨ ਨੂੰ ਨਹੀਂ ਸੀ ਆਉਂਦਾ। ਹੁਣ ਜਿਵੇਂ ਕੋਈ ਰਾਤ ਨੂੰ ਕੋਈ ਐਮਰਜੈਂਸੀ ਕੋਈ ਆ ਗਿਆ, ਕੰਮ ਕਰਾਉਣ, ਟਾਂਕਾ ਲਵਾਉਣ ਜਾਂ ਵੈਲਡਿੰਗ ਦਾ ਕੁਝ ਕਰਾਉਣ, ਉਹ ਤਾਂ ਉਹਨਾਂ ਕੋਲ ਕੋਈ ਹੁੰਦਾ ਨਹੀਂ ਸੀਗਾ। ਸੋ ਉਹਨਾਂ ਨੂੰ ਸਾਨੂੰ ਇਸ ਲਾਈਨ ਤਾਂ ਟ੍ਰੇਨਡ ਕੀਤਾ ਸੀ ਵੀ ਤੁਸੀਂ ਵੈਲਡਿੰਗ ਸਿੱਖੋ ਤੇ ਮਤਲਬ ਵੀ ਮੈਨੂੰ ਵੀ ਥੋੜਾ ਹੋ ਜਾਊਗਾ। ਹਾਂਜੀ। ਪਰਿਵਾਰ ਦੇ ਵਿੱਚ ਹੋਰ ਕੌਣ ਹੈ? ਪਰਿਵਾਰ ਦੇ ਵਿੱਚ ਮੰਮੀ ਡੈਡੀ ਜੀ, ਅਸੀਂ 4 ਭੈਣਾਂ। ਹਾਂਜੀ। ਭਰਾ ਨਹੀਂ ਹੈ? ਨਹੀਂ, ਭਰਾ। ਮਹਿਸੂਸ ਹੋਇਆ ਕਿਉਂਕਿ ਜਦੋਂ ਰੱਖੜੀ ਦਾ ਤਿਉਹਾਰ ਵੀ ਹੁੰਦਾ ਹੋਊਗਾ, ਹਰ ਇੱਕ ਭੈਣਾਂ ਰੱਖੜੀ ਬੰਨ੍ਹਦੀਆਂ, ਗੁੱਟਾਂ ਤੇ ਸਜਾਉਂਦੀਆਂ ਨੇ, ਕਦੇ ਉਹ ਦਿਨ ਮਹਿਸੂਸ ਹੋਇਆ ਵੀ ਸਾਡਾ ਵੀ ਕੋਈ ਪਰਮਾਤਮਾ ਸਾਡਾ ਭਰਾ ਦਿੰਦਾ ਸਾਨੂੰ?
ਅਸੀਂ ਆਪਣੇ ਡੈਡੀ ਜੀ ਦੇ ਰੱਖੜੀ ਬੰਨ੍ਹਦੇ ਦੀ ਆ। ਉਹ ਵੀ। ਸਾਡੇ ਲਈ ਪਿਓ ਆ, ਉਹੀ ਸਾਡੇ ਲਈ ਭਰਾ ਵਾ, ਉਹੀ ਸਾਡੇ ਲਈ ਸਾਰੇ ਕੁਝ ਨੇ। ਮਤਲਬ ਫੀਲ ਇਦਾਂ ਹੁੰਦਾ ਆ ਜਦੋਂ ਕੋਈ ਵੇਲੇ ਕਵੇਲੇ ਜਿੱਥੇ ਲੱਗਦਾ ਵਾ ਵੀ ਬਹੁਤ ਜ਼ਰੂਰੀ ਵੀ ਹਾਂ ਭਰਾ ਦੀ ਲੋੜ ਆ, ਫਿਰ ਉੱਥੇ। ਹਾਂਜੀ। ਕਦੇ ਇਹ ਚੀਜ਼ ਮਹਿਸੂਸ ਹੋਈ ਹੈ ਕਿਉਂਕਿ ਕੁੜੀਆਂ ਦੇਖਦੇ ਆ ਨਾ ਬੜਾ ਆਪਣੇ ਆਪ ਨੂੰ ਖੂਬਸੂਰਤ ਬਣਾ ਕੇ ਰੱਖਦੀਆਂ ਨੇ ਹਨਾ, ਵੀ ਸਾਡੇ ਇੱਥੇ ਦਾਗ ਨਾ ਲੱਗ ਜੇ, ਸਾਡੀ ਸਕਿਨ ਨਾ ਆਏ ਰਵੇ, ਸਾਨੂੰ ਇਹ ਨਾ ਵੇ। ਤੁਹਾਡੇ ਤਾਂ ਮੈਨੂੰ ਲੱਗਦਾ ਹੱਥਾਂ ਵੀ ਦੇਖਿਆ ਕਾਲਸ ਲੱਗੀ ਹੋਈ ਹੈ, ਕਦੇ ਇਹ ਚੀਜ਼ ਨਹੀਂ ਫੀਲ ਹੋਈ? ਹੁੰਦਾ ਸੀ ਪਹਿਲਾਂ ਮੈਨੂੰ ਮੇਰੇ ਵਰਗੀ ਨੂੰ ਤਾਂ ਗੁੱਸਾ ਆ ਜਾਂਦਾ ਸੀਗਾ ਵੀ ਆਹ ਚੀਜ਼ ਜਦੋਂ ਮੈਂ ਸਟਾਰਟ ਕੀਤਾ ਸੀਗਾ ਨਾ, ਬਹੁਤ ਮਤਲਬ ਜਲੀਆਂ ਮੈਂ, ਜਿੱਦਾਂ ਕਹਿ ਲਈਏ ਇਹ ਮੇਰੇ ਲਈ ਸਟਾਰਟਿੰਗ ਸੀ। ਹੁਣ ਮੈਨੂੰ ਪਤਾ ਵੀ ਆਹ ਚੀਜ਼ ਗਰਮ ਮੈਂ ਕਰਕੇ ਹਟੀ। ਮੈਨੂੰ ਉਦੋਂ ਥੋੜਾ ਹਿਸਾਬ ਹੀ ਨਹੀਂ ਸੀਗਾ, ਮੈਂ ਹੱਥ ਲਾ ਲੈਣਾ, ਉਹ ਚਿਗਿਆੜਾ ਪੈਰ ਤੇ ਡਿੱਗ ਜਾਣਾ ਜਾਂ ਇੱਥੋਂ ਕੱਪੜਿਆਂ ਦੇ ਵਿੱਚ ਚਲ ਜਾਣਾ। ਮੀਨ ਉਦੋਂ ਗੁੱਸਾ ਆਉਂਦਾ ਹੁੰਦਾ ਸੀ ਵੀ ਕੀ ਕੰਮ ਆ ਇਹ, ਕਿਹੜੀ ਕੰਮੀ ਆ। ਗੁੱਸਾ ਨਹੀਂ ਆਇਆ ਵੀ ਸਾਡੇ ਬਾਪ? ਨਹੀਂ, ਦਫਾ ਮੈਂ ਕਿਹਾ ਮੈਂ ਨਹੀਂ ਕਰਨਾ ਹੈਗਾ, ਪਰ ਫਿਰ ਮਜਬੂਰੀਆਂ ਵੀ ਕਰਨਾ ਵੀ ਕੀ, ਆਪਾਂ ਬਾਹਰ ਜਾਵਾਂਗੇ, ਬਾਹਰ ਜੌਬ ਕਰਾਂਗੇ, ਬਾਹਰ ਦਾ ਮਾਹੌਲ ਹੈ ਹੀ ਨਹੀਂ ਜੌਬ ਵਾਲਾ। ਅੱਜ ਕੱਲ੍ਹ ਕੁੜੀਆਂ ਸੇਫ ਨਹੀਂ ਹੈਗੀਆਂ ਬਾਹਰ ਦੇ ਮਾਹੌਲ ਦੇ ਵਿੱਚ, ਬਹੁਤ ਘੱਟ ਹੋਊਗਾ 100 ਦੇ ਵਿੱਚੋਂ 10 ਮਤਲਬ ਜਿਹੜੀਆਂ ਕੁੜੀਆਂ ਸੇਫ ਨਹੀਂ, ਤਾਂ ਬਾਹਰ ਤਾਂ ਬਹੁਤ ਔਖਾ ਵਾ। ਸੋ ਇਹ ਸਾਡਾ ਘਰ ਦਾ ਕੰਮ ਸੀ, ਘਰ ਦੇ ਵਿੱਚ ਤਾਂ ਸੇਫ ਹੀ ਆ ਅਸੀਂ, ਕੰਮ ਦੇ ਨਾਲ ਕੰਮ, ਪੈਸੇ ਦੇ ਨਾਲ ਪੈਸਾ, ਨਾਮ ਦੇ ਨਾਲ ਨਾਮ, ਸਭ ਕੁਝ ਸਾਨੂੰ ਇੱਥੇ ਰਹਿ ਕੇ ਮਿਲਿਆ। ਫਿਰ ਸੋ ਅਸੀਂ ਇਸ ਲਾਈਨ ਦੇ ਵਿੱਚ ਹੀ ਹਾਂ ਹੁਣ। ਵਧੀਆ। ਤਾਂ ਛੋਟੀ ਭੈਣ ਵੀ ਇਹਨਾਂ ਦੇ ਨਾਲ ਜੋ ਇਹ ਕੰਮ ਕਰਦੇ ਨੇ, ਕੀ ਨਾਮ ਹੈ ਜੀ ਤੁਹਾਡਾ? ਸਤਵੀਰ ਕੌਰ। ਕੀ ਕਰਦੇ ਹੋ ਹੁਣ? ਮੈਂ ਉੱਦਾਂ ਤਾਂ ਗ੍ਰੈਜੂਏਸ਼ਨ ਕਰ ਰਹੀ ਹਾਂ, ਪਰ ਨਾਲ ਨਾਲ ਆਪਣਾ ਕੰਮ ਕਰ ਰਹੇ ਹਾਂ। ਆਪਣਾ ਇਹ ਕੰਮ ਕਰ ਰਹੇ ਆ? ਹਾਂਜੀ। ਇਹੀ ਕਿਉਂ ਪਸੰਦ ਆਇਆ? ਹੋਰ ਕੰਮ ਵੀ ਬਹੁਤ ਸੀਗੇ। ਹੋਰ ਫਿਰ ਬਾਹਰ ਵੀ ਤਾਂ ਹੋਰ ਵੀ ਕਿਤੇ ਕੰਮ ਕਰਨਾ ਹੀ ਆ, ਇਹ ਹੁਣ ਆਪਣਾ ਕੰਮ ਹੈਗਾ ਹੀ ਆ। ਇਹ ਕੰਮ ਨੂੰ ਹੱਥ ਬਹੁਤ ਘੱਟ ਪਾਉਂਦੀਆਂ ਨੇ, ਮੁੰਡੇ ਨਹੀਂ ਪਾਉਂਦੇ। ਫਿਰ ਤੁਸੀਂ ਕੀ ਸੋਚ ਲੈ? ਅਸੀਂ ਫਿਰ ਸਟਾਰਟਿੰਗ ਤੋਂ ਹੀ ਇਹ ਕੰਮ ਦੇ ਵਿੱਚ ਹੀ ਆ, ਨੀਚੇ ਘੁੰਮੀ ਜਾਣਾ, ਚਾਬੀ ਲੈ ਕੇ ਪਾਨਾ ਲੈ ਕੇ ਨਟ ਕੱਸਣ ਆਪਣਾ ਖੋਲ੍ਹਣ ਆਪਣਾ। ਫਿਰ ਹੋਰ ਵੀ ਇੱਦਾਂ ਹੋ ਜਾਂਦਾ ਵੀ ਕਿਤੇ ਹੋਰ ਵੀ ਜਾ ਕੇ ਕੋਈ ਨਵਾਂ ਕੰਮ ਸਿੱਖਣਾ ਆ। ਇਹ ਵੀ ਜੇ ਅਸੀਂ ਇਹ ਕੰਮ ਸਿੱਖ ਲੈਂਦੇ ਆ ਤਾਂ ਸਾਡੇ ਹੱਥਾਂ 'ਚ ਗੁਣ ਹੈ, ਕਿਹੜਾ ਕਿਤੇ ਜਾਣੇ ਆ। ਹੁਣ ਜੇ ਘਰ ਲੋੜ ਪੈਂਦੀ ਆ, ਕੋਈ ਲੇਬਰ ਦਾ ਬੰਦਾ ਨਹੀਂ ਆਇਆ ਹੁੰਦਾ, ਟਾਂਕਾ ਲਾਉਣਾ ਕਿਸੇ ਦਾ ਕੋਈ ਜ਼ਰੂਰੀ, ਫਿਰ ਆ ਕੇ ਨੀਚੇ ਲਾ ਜੀਦਾ ਆ। ਇਹ ਸੁੱਖ ਹੋ ਗਿਆ ਵੀ ਹਾਂ ਵੀ ਨਹੀਂ। ਤਜਰਬਾ ਵੀ ਪੂਰਾ ਹੋ ਗਿਆ? ਹਾਂਜੀ, ਵੈਲਡਿੰਗ ਦਾ ਤਜਰਬਾ ਪੂਰਾ ਆ। ਕਿੰਨਾ ਟਾਈਮ ਹੋ ਗਿਆ? ਮੈਨੂੰ 1.5 ਸਾਲ ਹੋ ਗਿਆ ਆ। ਹਾਂਜੀ। ਤੇ ਫਿਰ ਨਾਲ ਪੜ੍ਹਾਈ ਕਿਵੇਂ ਚੱਲਦੀ ਆ? ਕੰਮ ਨੂੰ ਟਾਈਮ ਕਿਵੇਂ ਦਿੰਦੇ ਹੋ? ਪੜ੍ਹਾਈ ਵੀ ਨਾਲ ਨਾਲ ਚੱਲੀ ਜਾਂਦੀ ਹੈ, ਹਜੇ ਤਾਂ ਥੋੜੀ ਠੀਕ ਆ ਪੜ੍ਹਾਈ, ਕਿਉਂਕਿ ਲੋਕਡਾਊਨ ਕਰਕੇ। ਤੇ ਹੁਣ ਮੇਰੇ 4-5 ਕੁ ਮਹੀਨੇ ਰਹਿ ਗਏ ਆ ਬਸ, ਫਿਰ ਪੜ੍ਹਾਈ ਖਤਮ। ਨਾਲ ਕੰਮ ਵੱਲ ਜ਼ਿਆਦਾ ਧਿਆਨ ਦੇ ਰਹੇ ਆ ਵੀ ਕੰਮ ਨੂੰ ਵੀ ਉੱਪਰ ਉਠਾਉਣਾ ਆ। ਸੁਣੇ ਤਨਖਾਹ ਵੀ ਲੈਣਾ ਤੁਸੀਂ ਡੈਡੀ ਤੋਂ? ਹਾਂਜੀ, ਤਨਖਾਹ ਲਈਦੀ ਤਾਈਓ ਤਾਂ ਕੰਮ ਕਰਦੇ ਆ। ਕਿਵੇਂ ਅਕਾਊਂਟ 'ਚ ਹੁੰਦੀ ਹੈ ਫਿਰ ਚੈੱਕ ਚੁੱਕ ਮਿਲਦਾ? ਨਹੀਂ, ਬਾਈ ਕੈਸ਼ ਚੈੱਕ ਵੀ ਦੇ ਦਿੰਦੇ ਆ, ਜਿੱਦਾਂ ਮਰਜ਼ੀ ਦਿਲ ਕੀਤਾ। ਇਹਦੇ ਵਰਗੀ ਤਾਂ ਐਡਵਾਂਸ ਹੀ ਲੈ ਲੈਂਦੀ ਆ। ਕੀ ਗੱਲ ਸੀ? ਮੈਨੂੰ ਇਦਾਂ ਹੁੰਦਾ ਵੀ ਜੇ ਘਰ ਦੇ ਕਹਿੰਦੇ ਵੀ ਬਾਹਰ ਨਹੀਂ ਜਾਣਾ ਹਨਾ, ਹੁਣ ਜੇ ਬਾਹਰ ਨਹੀਂ ਜਾਣਾ, ਬਾਹਰ ਵਾਲੇ ਸ਼ੌਂਕ ਤਾਂ ਆਪਾਂ ਇੱਧਰ ਰਹਿ ਕੇ ਪੂਰੇ ਕਰੀ ਸਕਦੇ ਹਾਂ। ਫੋਨ ਲੈਣਾ ਜਾਂ ਕੁਛ ਐਕਟਿਵਾ ਦੇ ਮੈਂ ਪੈਸੇ ਦੇਣੇ, ਉਹ ਫਿਰ ਤੇਲ ਪਾਣੀ ਸਾਰਾ ਪਹਿਲਾਂ ਲੈਣਾ ਪੈਂਦਾ ਵੀ ਕਾਲਜ ਜਾਣਾ ਹੁੰਦਾ ਆ, ਕੋਈ ਜੇਬ 'ਚ ਪੈਸਾ ਵੀ ਰਹਿਣਾ ਚਾਹੀਦਾ, ਇਹ ਨਹੀਂ ਵੀ ਖਾਲੀ ਨਾ ਕਰਦੀ ਹੈਗੀ। ਮੇਰੇ ਵਰਗੀ ਸੇਵਿੰਗ ਜੋੜਦੀ ਹੈ, ਸੇਵਿੰਗ ਨਹੀਂ ਕਰਦੀ ਹੈ, ਤਾਂ ਐਡਵਾਂਸ ਲੈ ਲੈਂਦੀ ਹੈ, ਇਹਦੇ ਛੇਤੀ ਖਤਮ ਹੋ ਜਾਂਦੇ ਆ। ਇਹ ਆ ਵੀ ਹਜੇ ਇੰਨੀ ਉਮਰ ਪਈ ਆ, ਮੈਂ ਹਜੇ 19 ਦੀ ਆ, ਵੀ ਸਾਰੀ ਉਮਰ ਕੰਮ ਹੀ ਕਰਨਾ ਆ। ਸ਼ੌਂਕ ਵੀ ਪੂਰੇ ਕਰਨੇ ਆਪਾਂ ਨਾ, ਸ਼ੌਂਕ ਲਈ ਕਮਾਈਦਾ। ਜੀ, ਇਹ ਗੱਲ ਤਾਂ ਹੈ। ਜੇ ਹੁਣੇ ਜੋੜਨ ਲੱਗ ਪਿਆ ਫਿਰ ਬਾਅਦ ਸ਼ੌਂਕ ਕਦੋਂ ਜਾ ਕੇ ਪੂਰੇ ਕਰਾਂਗੇ। ਬਾਹਰ ਵੀ ਜਾਂਦੇ ਹੋ ਘੁੰਮਣ ਫਿਰਨ ਜਾਂ ਸਾਰਾ ਦਿਨ ਇੱਥੇ ਲੰਘ ਜਾਂਦਾ? ਬਾਹਰ ਵੀ ਜਾਈਦਾ ਫਰੈਂਡਸ ਦੇ ਨਾਲ, ਜੇ ਕਿਤੇ ਛੁੱਟੀ ਮਿਲਦੀ ਹੈ ਤਾਂ ਫਿਰ ਜਾਈਦਾ ਆ। ਹਾਂਜੀ। ਕਾਲਜ ਵਿੱਚ ਸਹੇਲੀਆਂ ਨਹੀਂ ਕਹਿੰਦੀ ਵੀ ਤੂੰ ਕੀ ਕੰਮ ਕਰਦੀ ਫਿਰਦੀਆਂ ਦਾ? ਨਹੀਂ, ਕਹਿੰਦੀਆਂ ਤਾਂ ਹੈਗੀਆਂ ਆ, ਪਰ ਉਹਨਾਂ ਨੂੰ ਇਹ ਵੀ ਪਤਾ ਵੀ ਇਹਦੀ ਫੈਮਿਲੀ 'ਚ ਕੋਈ ਹੋਰ ਨਹੀਂ ਹੈਗਾ ਵੀ ਜਿਹਨੇ ਕੰਮ ਸਾਂਭਣਾ ਜਾਂ ਕੰਮ ਕਰਨਾ ਆ। ਸਾਰੇ ਸਮਝਦੇ ਆ ਵੀ ਹਾਂ, ਕੋਈ ਨਹੀਂ ਇੱਦਾਂ ਕਹਿੰਦਾ ਵੀ ਇਹ ਕੰਮ ਮਾੜਾ ਹੈ ਜਾਂ ਇੱਦਾਂ, ਕਹਿੰਦੇ ਵਧੀਆ ਕਰਨਾ ਚਾਹੀਦਾ। ਬਲਕਿ ਉਹ ਵੀ ਗਾਂ ਜੌਬ ਕਰਦੀਆਂ ਆ ਕਿਤੇ ਨਾ ਕਿਤੇ, ਇਸ ਲਈ ਅਸੀਂ ਅਸੀਂ ਬੀਕਾਮ ਕਰਦੇ ਹੋ ਨਾ? ਹਾਂਜੀ, ਮੈਂ ਬੀਕਾਮ। ਬੀਕਾਮ ਵਾਲੇ ਤਾਂ ਬੈਂਕਾਂ ਬੁੰਕਾਂ 'ਚ ਬੈਠਦੇ ਨੇ, ਤੁਸੀਂ ਇੱਥੇ ਟਾਂਕੇ ਲਾਉਂਦੇ ਫਿਰਦੇ ਹੋ। ਮੇਰਾ ਕੰਮ ਇੱਧਰ ਵੀ ਹੈਗਾ, ਮੇਰੀ ਆਪਣੀ ਫਰਮ ਹੈ ਨਾ, ਫਿਰ ਉਹਦੇ ਵਾਸਤੇ ਵੀ ਬੀਕਾਮ 'ਚ ਵੀ ਜੋ ਦੱਸਦੇ ਆ, ਫਿਰ ਇੱਥੇ ਆਪਾਂ ਉਹ ਕਰੀਦਾ, ਬਿੱਲ ਵਗੈਰਾ ਕੱਟੀਦੇ ਆ। ਜੋ ਮੇਰੀ ਜਿਹੜੀ ਫਰਮ ਆ, ਫਿਰ ਮੈਂ ਵੀ ਨਾਲ ਆਪਣਾ ਅਕਾਊਂਟਸ ਦਾ ਦੇਖਦੀ ਆ। ਡੈਡੀ ਹੁਣਾਂ ਨੇ ਅਲੱਗ ਤੋਂ ਇੱਕ ਫਰਮ ਬਣਾ ਕੇ ਦਿੱਤੀ ਆ, ਤੇ ਫਿਰ ਮੈਂ ਇਹਨਾਂ ਤੋਂ ਇਸ ਤਰ੍ਹਾਂ ਦੇ ਕਿਵੇਂ ਕੰਮ ਕਰਦੀ ਹੈ ਤੁਹਾਡੀ ਫਰਮ 'ਚ? ਫਰਮ 'ਚ ਮੈਂ ਜਿੱਦਾਂ ਡੈਡੀ ਹੁਣਾਂ ਤੋਂ ਸੈੱਟ ਲੈ ਲੈਣੇ ਆ, ਇਹਨਾਂ ਤੋਂ ਸੈੱਟ ਲੈ ਕੇ ਮੈਂ ਅੱਗੇ 2% ਤੇ ਸੈੱਟ ਦਾ ਕਿਹੜੀ ਸੈੱਟ? ਜਿਹੜੇ ਤਵੀਆਂ ਦੇ ਡਿਸਕ ਆ, ਜਿੱਦਾਂ 10-10 ਦੇ ਇੱਦਾਂ 3 ਸੈੱਟ ਲੈ ਕੇ ਇਹਨਾਂ ਨੂੰ ਫਿਰ ਮੈਂ ਉਹ ਜਦੋਂ ਵੇਚ ਦੇਣੇ ਆ, ਫਿਰ ਇਹਨਾਂ ਨੂੰ ਮੈਂ ਉਹਦੇ ਪੈਸੇ ਦੇ ਦੇਣੇ ਆ। 2% ਦੇ ਨਾਲ ਮੈਂ ਅੱਗੇ ਆਪਣਾ ਮਤਲਬ ਕੰਮ ਕਰਦੀ ਆ। ਹਾਂਜੀ। ਕਿਹੜੀ ਸੰਦ ਇੱਥੇ ਜਿਹੜੇ ਤੁਸੀਂ ਵੈਲਡ ਕਰਦੇ ਹੋ ਬਣਾਉਣ? ਸਾਡੇ ਕੋਲ 18 ਤੋਂ ਲੈ ਕੇ ਅਸੀਂ 42 ਤੱਕ ਤਵੀਆਂ ਰੈਡੀ ਕਰ ਦਿੰਦੇ ਆ। ਤੇ ਹਲ ਹੋ ਗਏ, ਸੁਹਾਗੇ ਹੋ ਗਏ, ਕਰਾਹ ਹੋ ਗਏ, ਜਿੰਦਰੇ ਹੋ ਗਏ, ਆਪਾਂ ਇਹ ਸਾਰਾ ਮਤਲਬ ਪ੍ਰੋਡਕਸ਼ਨ ਦੇ ਵਿੱਚ ਰੈਡੀ ਕਰਦੇ ਆ। ਪਹਿਲਾਂ ਉਹਨਾਂ ਦਾ ਆਰਡਰ ਦੇਣਾ ਪੈਂਦਾ ਵਾ,
ਤੇ ਜਿੱਦਾਂ ਦੀ ਕਲਾਇੰਟਸ ਨੂੰ ਚੀਜ਼ ਚਾਹੀਦੀ ਹੁੰਦੀ ਹੈ, ਸੋ ਆਪਾਂ ਉਹਨਾਂ ਨੂੰ ਪੂਰਾ ਸੈਟੀਸਫਾਈ ਕਰਕੇ ਵਧੀਆ ਤਰੀਕੇ ਨਾਲ ਬਣਾ ਕੇ ਦਿੰਦੇ ਹਾਂ। ਹਾਂਜੀ। ਅੱਗੇ ਜਾ ਕੇ ਨਾ ਮੈਨੂੰ ਲੱਗਦਾ ਕੁੜੀਆਂ ਨੂੰ ਬੜਾ ਦਿੱਕਤ ਆਉਂਦੀ ਹੈ ਜਦੋਂ ਸਾਡਾ ਵਿਆਹ ਹੁੰਦੇ ਨੇ, ਅੱਗੇ ਜਾ ਕੇ ਬਹੁਤ ਔਖਾ ਹੋ ਜਾਂਦਾ ਹੈ ਨਾ। ਕੋਈ ਇਸ ਕੰਮ ਨੂੰ ਸਮਝਦਾ, ਕੋਈ ਨਹੀਂ ਸਮਝਦਾ। ਕੀ ਕਹੋਗੇ ਨਾ ਚੀਜ਼ਾਂ ਬਾਰੇ? ਤੁਸੀਂ ਵੀ ਇੱਕ ਲੇਡੀ ਹੋ, ਇੱਕ ਕੁੜੀ ਹੋ, ਹੈ ਨਾ। ਇਹ ਤਾਂ ਕਰਮਾਂ ਦੀਆਂ ਗੱਲਾਂ ਵਾ, ਮਤਲਬ ਵਧੀਆ ਪਾਰਟਨਰ ਮਿਲਣਾ ਹੈ ਨਾ, ਬਹੁਤ ਕਿਸਮਤ ਵਾਲਿਆਂ ਦੇ ਨਾਲ ਹੁੰਦੀਆਂ ਇਹ ਚੀਜ਼ਾਂ, ਵੀ ਕਿਸੇ ਨੂੰ ਬਹੁਤ ਵਧੀਆ ਪਾਰਟਨਰ ਮਿਲੇ ਜਾਂ ਉਹ ਤੁਹਾਡੇ ਇਸ ਕੰਮ ਦੇ ਵਿੱਚ, ਇਸ ਲਾਈਨ ਦੇ ਵਿੱਚ ਸਪੋਰਟ ਕਰੇ। ਹੁਣ ਅੱਜ ਦਾ ਮਾਹੌਲ ਇਦਾਂ ਵਾ, ਮੀਨਸ ਉਹ ਸਾਨੂੰ ਦੇਖਦੇ ਆ ਵੀ ਕੁੜੀਆਂ ਕੰਮ ਕਰਦੀਆਂ ਵਾ, ਜੇ ਅਸੀਂ ਇਹਨਾਂ ਨੂੰ ਰਿਸ਼ਤੇ ਭੇਜਾਂਗੇ ਤਾਂ ਇਹ ਸਾਡੇ ਆ ਕੇ ਵੀ ਇੱਥੇ ਕੰਮ ਕਰਨਗੀਆਂ। ਮੀਨਸ ਉਹ ਸੋਚ ਲੈ ਕੇ ਨਹੀਂ ਚੱਲਣੀ ਚਾਹੀਦੀ। ਅਸੀਂ ਇਹ ਕੰਮ ਆਪਣੇ ਸ਼ੌਂਕ ਨੂੰ ਨਹੀਂ ਕਰਦੀਆਂ ਹੈਗੀਆਂ ਜਾਂ ਫਾਦਰ ਸਾਹਿਬ ਦੇ ਸ਼ੌਂਕ ਨੂੰ ਨਹੀਂ ਕਰਦੇ, ਅਸੀਂ ਉਹਨਾਂ ਦੀ ਇੱਕ ਹੈਲਪ ਕਰਦੇ ਹਾਂ। ਵੀ ਸਾਡੇ ਜਿਵੇਂ ਕੋਈ ਭਰਾ ਨਹੀਂ ਹੈਗਾ, ਵੀ ਉਹਨਾਂ ਨੂੰ ਮੁੰਡੇ ਦੀ ਕਮੀ ਨਾ ਮਹਿਸੂਸ ਹੋਵੇ, ਵੀ ਹਾਂ ਉਹਨਾਂ ਨੂੰ ਕਿਤੇ ਇੱਥੇ ਨਾ ਲੱਗੇ ਵੀ ਮੇਰੇ 4 ਕੁੜੀਆਂ ਵਾ, ਜੇ ਕਿਤੇ ਇੱਕ ਮੁੰਡਾ ਹੁੰਦਾ ਸ਼ਾਇਦ ਮੇਰਾ ਕੰਮ ਕਿਤੇ ਦਾ ਕਿਤੇ ਹੋਰ ਹੁੰਦਾ। ਮੀਨਸ ਆਪਾਂ ਗੱਲਾਂ ਵੀ ਕਰਦੇ ਆ, ਸੁਣਦੇ ਵੀ ਆ, ਹਨਾ। ਕਹਿੰਦੇ ਨੇ ਕਿ ਅੱਜ ਕੱਲ ਵੀ ਕੁੜੀਆਂ ਕਿਸੇ ਕੰਮ 'ਚ ਪਿੱਛੇ ਨਹੀਂ ਹੈਗੀ, ਹਰ ਇੱਕ ਕੰਮ ਕਰ ਲੈ, ਅਸੀਂ ਸਾਥ ਵੀ ਦੇਵਾਂਗੇ। ਪਰ ਕਿਤੇ ਨਾ ਕਿਤੇ ਚੀਜ਼ਾਂ ਮੈਨੂੰ ਲੱਗਦਾ ਵੀ ਹਜੇ ਵੀ ਹੈਗੀਆਂ ਨੇ, ਹਨਾ। ਹਾਲਾਂਕਿ ਅਸੀਂ ਕਹਿੰਦੇ ਆ ਵੀ ਫਰਕ ਨਹੀਂ ਹੈਗਾ। ਹਾਂਜੀ, ਪਰ ਨਹੀਂ ਸਮਝਣ ਵਾਲੇ ਕਈ ਸਮਝਦੇ ਆ। ਇਹ ਸਭ ਤੋਂ ਵੱਡੀ ਉਦਾਹਰਨ ਤੁਹਾਡੇ ਪਿਤਾ ਜੀ ਹੈਗੇ ਨੇ ਨਾ। ਧੀਆਂ ਵਾਲਾ ਹੀ ਸਮਝ ਸਕਦਾ ਵਾ ਵੀ ਮੇਰੀਆਂ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ। ਜਿਹਨੂੰ ਪਰਮਾਤਮਾ ਕੁੜੀਆਂ ਨਹੀਂ ਦਿੰਦਾ, ਉਹਨੂੰ ਤਾਂ ਇਹ ਲੱਗਦਾ ਇਹ ਕੀ ਬੰਦਾ ਆ, ਆਪਣੀਆਂ ਕੁੜੀਆਂ ਤੋਂ ਦਿਹਾੜੀਆਂ ਕਰਾਉਂਦਾ ਵਾ ਜਾਂ ਇਦਾਂ ਕਰਵਾਉਂਦਾ। ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਅਸੀਂ ਆਪਣੇ ਪਿਓ ਦੇ ਕਰਕੇ ਲੱਗੀਆਂ ਹੋਈਆਂ, ਵੀ ਅਸੀਂ ਉਹਨੂੰ ਫੀਲ ਨਹੀਂ ਕਰਾਉਣਾ ਚਾਹੁੰਦੀਆਂ ਵੀ ਨਹੀਂ ਡੈਡੀ ਜੀ ਤੁਸੀਂ ਇਕੱਲੇ ਨਹੀਂ ਹੈਗੇ, ਆਪਾਂ ਹੈਗੇ ਆ ਤੁਹਾਡੇ ਨਾਲ, ਹੈ ਨਾ। ਸੋ ਉਹਨਾਂ ਨੂੰ ਇਦਾਂ ਲੱਗਦਾ ਵੀ ਇਹ ਕੁੜੀਆਂ ਨੂੰ ਐਵੇਂ ਇਦਾਂ ਉੱਦਾਂ। ਜਿਨ੍ਹਾਂ ਦੇ ਮੁੰਡੇ ਆ ਉਹ ਇਦਾਂ ਸੋਚਦੇ ਆ, ਪਰ ਜਿਨ੍ਹਾਂ ਦੇ ਧੀਆਂ ਆ ਉਹਨਾਂ ਨੂੰ ਪਤਾ ਆ ਵੀ ਧੀਆਂ ਦੀ ਕੀ ਅਹਿਮੀਅਤ ਹੁੰਦੀ ਆ ਬਾਪ ਦੀ ਜ਼ਿੰਦਗੀ ਦੇ ਵਿੱਚ। ਕਦੇ ਫਿਰ ਵੀ ਕਦੇ ਤੁਹਾਨੂੰ ਅੱਗੇ ਨੌਕਰੀ ਮਿਲਦੀ ਹੈ ਕੋਈ ਸਰਕਾਰੀ ਵਿਭਾਗ ਦੇ ਵਿੱਚ ਜਾਂ ਕੋਈ ਵਧੀਆ ਨੌਕਰੀ ਮਿਲਦੀ ਹੈ, ਇਹ ਕੰਮ ਐਵੇਂ ਰਹੂਗਾ ਜਾਂ ਫਿਰ ਹਾਂਜੀ ਬਿਲਕੁਲ, ਇਸ ਕੰਮ ਤੋਂ ਆਪਣਾ ਨਾਮ ਬਣਿਆ, ਇਸ ਕੰਮ ਤੋਂ ਮੀਡੀਆ ਨੂੰ ਸਾਡੇ ਤੱਕ ਪਹੁੰਚ ਰਿਹਾ ਵਾ। ਸੋ ਇਹਨੂੰ ਟਾਈਮ ਕੱਢਿਆ ਕਰੋਗੇ। ਹਾਂਜੀ, ਇਹਨੂੰ ਪਹਿਲ ਆ ਸਾਰਿਆਂ ਤੋਂ ਪਹਿਲਾਂ। ਹਾਂਜੀ। ਤੁਸੀਂ ਫਿਰ ਅੱਗੇ ਇਹੀ ਕੰਮ ਜਾਂ ਫਿਰ ਕਦੇ ਨੌਕਰੀ ਮਿਲਦੀ ਹੈ, ਬੈਂਕਾਂ 'ਚ ਵੀ ਕੰਮ ਕਰਨੇ ਆ? ਜੇ ਤਾਂ ਕਿਤੇ ਜੌਬ ਮਿਲਦੀ ਅਸੀਂ ਅਪਲਾਈ ਕਰਦੇ ਹਾਂ। ਵੀ ਡੈਡੀ ਇਹ ਨਹੀਂ ਕਹਿੰਦੇ ਹੈਗੇ ਵੀ ਹਾਂ ਵੀ ਤੁਸੀਂ ਕੰਮ 'ਚ ਇਹੀ ਕੰਮ 'ਚ ਰਹਿਣਾ ਆ। ਡੈਡੀ ਇਹ ਵੀ ਕਹਿੰਦੇ ਆ ਵੀ ਹਾਂ ਜੇ ਤੁਹਾਨੂੰ ਕਿਤੇ ਹੋਰ ਜੌਬ ਮਿਲਦੀ ਹੈ ਤੁਸੀਂ ਉਹ ਜੌਬ ਵੀ ਕਰਨੀ ਹੈ। ਮੇਰੀ ਹੁਣ ਸਿਸਟਰ ਆ, ਉਹ ਵੀ ਤਾਂ ਗੌਰਮੈਂਟ ਜੌਬ 'ਚ ਹੀ ਆ। ਉਹਨੇ ਵੀ ਪਹਿਲਾਂ 5 ਸਾਲ ਕੰਮ ਕੀਤਾ ਇੱਥੇ ਅਤੇ ਬਾਅਦ ਵਿੱਚ ਉਹਨੂੰ ਜੌਬ ਮਿਲ ਗਈ ਅਤੇ ਉਹ ਵੀ ਜੌਬ ਅਸੀਂ ਵੀ ਹੁਣ ਜੇ ਸਾਨੂੰ ਕਿਤੇ ਜੌਬ ਮਿਲਦੀ ਹੈ ਤਾਂ ਕਰਾਂਗੇ, ਨਾਲ ਨਾਲੇ ਕੰਮ ਵੀ ਕਰਾਂਗੇ। ਸਹੇਲੀਆਂ ਦਾ ਵੀ ਪਲਾਨ ਬਣ ਜਾਂਦਾ ਨਾ ਵੀ ਘੁੰਮਣ ਜਾਣਾ ਆਪਾਂ ਕਿਤੇ, ਇੱਧਰੋਂ ਕੰਮ ਅੜਿਆ ਪਿਆ ਹੋਵੇ, ਫਿਰ ਕੀ ਕਰੋਗੇ? ਫਿਰ ਉਹ ਅਗਲੀਆਂ ਇਹ ਕਹਿ ਦਿੰਦੀਆਂ ਤੈਨੂੰ ਤਾਂ ਕਹਿਣਾ ਹੀ ਬੇਕਾਰ ਆ, ਤੂੰ ਸਾਡਾ ਪਲਾਨ ਵੀ ਖਰਾਬ ਕੀਤਾ ਆ। ਫਿਰ ਕਈ ਵਾਰ ਹੁੰਦਾ ਵੀ ਨਹੀਂ ਤਾਂ ਜੇ ਪਲਾਨ 2-3 ਦਿਨ ਲੇਟ ਦਾ ਹੋਗਾ, ਮੈਂ 3 ਤਰੀਕ ਨੂੰ ਜਾਣਾ ਜਾਂ ਇੱਦਾਂ ਘਰਦਿਆਂ ਨੂੰ ਪਹਿਲਾਂ ਪੁੱਛਣਾ ਪੈਂਦਾ ਆ। ਫਿਰ ਆ ਨਹੀਂ ਨਾ ਜਾ ਸਕਦੇ ਹੈਗੇ, ਮਤਲਬ ਉਹਨਾਂ ਨੂੰ ਪੁੱਛਣਾ ਪੈਂਦਾ ਹੈ ਪਹਿਲਾਂ, ਡੈਡੀ ਜੀ ਵੀ ਅਸੀਂ ਉਦਣ ਦੀ ਛੁੱਟੀ ਕਰ ਲਈਏ, ਵੀ ਤੁਹਾਨੂੰ ਕੰਮ ਤਾਂ ਨਹੀਂ ਹੈਗਾ। ਜੇ ਕਹੋਗਾ ਕਿ ਨਹੀਂ ਮੈਨੂੰ ਕੰਮ ਆ, ਤੁਸੀਂ ਉਦਣ ਨਾ ਕਰੋ, 2-4 ਦਿਨ ਰੁਕੋ ਜੋ, ਫਿਰ ਉਹਨਾਂ ਦੇ ਅਕੋਰਡਿੰਗ ਹੀ ਛੁੱਟੀ ਕਰਦੀ ਆ। ਆਪਾਂ ਆਪਣੀ ਮਰਜ਼ੀ ਨਾਲ ਛੁੱਟੀ ਕਰਕੇ ਨਹੀਂ ਬਹਿ ਜਾਈਦਾ, ਕਿਉਂਕਿ ਉਹਨਾਂ ਦੀ ਤਨਖਾਹ ਦੇ ਪੈਸੇ ਵੀ ਤਾਂ ਕੱਟੇ ਜਾਣਗੇ ਨਾ। ਦਿਹਾੜੀ ਕੱਟ ਹੁੰਦੀ ਸਾਡੀ। ਕਿੰਨੀ ਦਿਹਾੜੀ ਕੱਟੀ ਜਾਂਦੀ ਹੈ? ਜਿੰਨੀ ਦਿਹਾੜੀ ਹੈ 300 ਦੇ ਹਿਸਾਬ ਨਾਲ ਸਾਨੂੰ ਪੈਸੇ ਦਿੰਦੇ ਆ, ਅਤੇ ਫਿਰ ਉਹ ਉਨੇ ਪੈਸੇ ਕੱਟ ਹੁੰਦੇ ਆ। ਤੁਸੀਂ ਪਲਾਨ ਵੀ ਕੈਂਸਲ ਕਰ ਦਿੰਦੇ ਹੋਗੇ ਹੈ ਨਾ? ਹਾਂਜੀ ਕਰਨਾ ਪੈਂਦਾ ਹੈ, ਪਹਿਲਾਂ ਕੰਮ ਆ ਫਿਰ ਬਾਕੀ ਬਾਹਰ ਬੂਰ ਦਾ ਫਿਰ ਬਾਅਦ 'ਚ ਆ। ਕਦੇ ਆਫਰ ਆਈ ਹੈ ਜਾਂ ਕਦੇ ਮੌਕਾ ਮਿਲਿਆ ਸਾਨੂੰ ਬਾਹਰ ਕੈਨੇਡਾ ਅਮਰੀਕਾ, ਕਿਉਂਕਿ ਅਸੀਂ ਦੇਖਦੇ ਹਾਂ ਨਾ ਕੁੜੀਆਂ ਆਇਲਸ ਕਰਕੇ ਬਹੁਤ ਜਾ ਰਹੀਆਂ ਨੇ ਬਾਹਰ, ਕਦੇ ਮੌਕਾ ਮਿਲਿਆ ਜਾਓਗੇ? ਮੌਕਾ ਮਿਲਿਆ ਫਿਰ ਤਾਂ ਜਾਵਾਂਗੇ। ਉੱਦਾਂ ਮੈਨੂੰ ਇਹ ਵੀ ਆ ਵੀ ਅਸੀਂ 4.5 ਜੋ ਇੱਕ ਜਣਾ ਬਾਹਰ ਜਾਵੇ, ਇਹ ਨਹੀਂ ਕਿ ਹਾਂ ਵੀ ਇੱਥੇ ਸਾਰਾ ਕੰਮ ਸਾਂਭਣ ਨੂੰ ਹੈਗੀਆਂ, ਇਹ ਵੀ ਹੈਗਾ ਆ। ਮੈਂ ਛੋਟੀ ਹਾਂ, ਮੈਨੂੰ ਤਾਂ ਮੈਂ ਕਿਹਾ ਵੀ ਮੇਰੀ ਸਿਸਟਰ ਜਿਹੜੀ ਵੱਡੀ ਉਹ ਵੀ ਇਹ ਕਹਿੰਦੇ ਆ ਵੀ ਇੱਕ ਜਣਾ ਤਾਂ ਬਾਹਰ ਜਾਣਾ ਚਾਹੀਦਾ ਆ। ਉੱਥੇ ਜਾ ਕੇ ਵੀ ਅਸੀਂ ਇਹੀ ਕੰਮ ਜੌਬ ਕਰਦੇ, ਬਾਕੀ ਹੋਰ ਅਸੀਂ ਇਹ ਕੰਮ ਦੀ ਜੌਬ ਕਰਾਂਗੇ। ਹੁਣ ਇੰਨਾ ਤਾਂ ਹੱਥ 'ਚ ਗੁਣ ਹੈਗਾ ਆ ਵੀ ਕਿਤੇ ਹੋਰ ਜਾ ਕੇ ਵੀ ਅਸੀਂ ਜੇ ਜੌਬ ਕਰਨੀ ਪੈ ਜਾਵੇ ਕਰ ਸਕਦੇ ਹਾਂ ਇਹ ਕੰਮ ਬਾਰੇ। ਵੈਸੇ ਜਿਵੇਂ ਆਪਾਂ ਆਈਟੀ ਵਗੈਰਾ ਜਿਵੇਂ ਡਿਪਲੋਮੇ ਹੁੰਦੇ ਨੇ ਨਾ ਚੀਜ਼ਾਂ ਦੇ, ਉਹਦੇ ਜ਼ਰੀਏ ਵੀ ਤੁਸੀਂ ਅੱਗੇ ਅਪਲਾਈ ਕਰ ਸਕਦੇ ਹੋ। ਹੁਣ ਮੈਂ ITI ਕਰ ਰਹੀ ਹਾਂ, ਇਸੇ ਲਾਈਨ ਦੇ ਵਿੱਚ ਵੈਲਡਰ ਦੇ ਵਿੱਚ ITI ਕਰ ਰਹੀ ਹਾਂ, ਕਿਉਂਕਿ ਮੈਂ 7 ਦਿਨ ਇੱਥੇ ਹੀ ਹੁੰਦੀ ਹਾਂ ਵੀਕ ਦੇ ਵਿੱਚ। ਸੋ ਮੈਂ ਸਿਰਫ 2 ਦਿਨ ਕਲਾਸਿਸ ਲਗਾਉਂਦੀ ਹਾਂ, ਮੰਡੇ ਤੇ ਥਰਸਡੇ, ਅਤੇ ਉਹ ਦਿਨ ਫਿਰ ਮੈਂ ਆਪਣੀਆਂ ITI ਕਲਾਸਿਸ ਲਗਾਉਂਦੀ ਹਾਂ। ਵੀ ਮੈਨੂੰ ਇੱਦਾਂ ਆ ਵੀ ਚਲੋ ਜੇ ਮੈਂ ਟੈਕਨੀਕਲ ਇਸ ਲਾਈਨ ਦੇ ਵਿੱਚ ਹੈਗੀ ਹਾਂ, ਚਲੋ ਮੈਨੂੰ ਪ੍ਰੋਫੈਸ਼ਨਲੀ ਵੀ ਹੋ ਜਾ, ਵੀ ਮੈਨੂੰ ਉਹਦਾ ਸਰਟੀਫਿਕੇਟ ਮਿਲ ਜੂਗਾ, ਉਹ ਮੇਰੇ ਗਾਂਹ ਕਿਤੇ ਕੰਮ ਵੀ ਆ ਸਕਦਾ ਵਾ। ਹਾਂਜੀ। ਬਾਕੀ ਹੋਰ ਕੰਮਾਂ ਦੇ ਵਿੱਚ ਜਿਹੜੇ ਮੁੰਡਿਆਂ ਵਾਲੇ ਜਿਵੇਂ ਕੰਮ ਕਰਨ ਵਾਲੇ ਹੁੰਦੇ ਆ, ਉਹਨਾਂ 'ਚ ਵੀ ਹੱਥ ਵਟਾਉਂਦੇ ਹੋ ਤੁਸੀਂ? ਹਾਂਜੀ ਵਟਾਈ ਦਾ ਆ ਕੰਮ ਨੀਚੇ, ਮਤਲਬ ਆਪਣੀ ਵਰਕਸ਼ਾਪ ਦੇ ਵਿੱਚ ਨਾਲ, ਪਰ ਸਾਡੇ ਜਿਹੜੇ ਕੋਈ ਭਾਰਾ ਕੰਮ ਹੋ ਜਾਂਦਾ ਨਾਲ ਹੈਲਪ ਕਰਦੇ ਆ। ਇਹ ਨਹੀਂ ਵੀ ਹਾਂ ਵੀ ਤੁਸੀਂ ਇਕੱਲਿਆਂ ਨਹੀਂ ਆਹ ਸਮਾਨ ਚੱਕ ਕੇ ਗਾਂਹ ਲੈ ਕੇ ਜਾਣਾ, ਨਾਲ ਸਾਰੇ ਹੈਲਪ ਕਰਦੇ ਆ, ਨਾਲ ਲੱਗੇ ਰਹੀਦਾ ਆ। ਕਿੰਨੇ
ਕੁ ਜਣੇ ਹੋਰ ਜਿਹੜੇ ਆਪਣੇ ਕੰਮ ਕਰਦੇ ਨੇ ਤੇ ਬਸ? ਸਾਡੇ 3 ਜਾਣੇ ਮੁੰਡੇ ਹੋਰ ਆ, ਇੱਕ ਮੁੰਡਾ ਛੁੱਟੀ ਤੇ ਆ ਤੇ 2 ਜਾਣੇ ਅਸੀਂ ਆ, 5 ਜਾਣੇ ਅਸੀਂ। ਤਾਂ ਇਹ ਧੀਆਂ ਨੇ ਜੀ ਜਿਹੜੇ ਆਪਣੇ ਬਾਪ ਦੇ ਨਾਲ ਹੱਥ ਵੀ ਵਟਾਉਂਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਆਪਣੇ ਕੰਮ ਦੀ ਜੋ ਹੈ ਤਨਖਾਹ ਵੀ ਲੈਂਦੀਆਂ ਨੇ, ਪੂਰਾ ਇਮਾਨਦਾਰੀ ਦੇ ਨਾਲ ਕੰਮ ਕਰਦੀਆਂ, ਤਨਖਾਹ ਵੀ ਲੈਂਦੀਆਂ ਨੇ। ਇਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਵੇਂ ਫੀਲ ਹੁੰਦਾ ਜੀ? ਕਦੇ ਇਹ ਚੀਜ਼ਾਂ ਤਾਂ ਨਹੀਂ ਕਦੇ ਮਹਿਸੂਸ ਹੋਈਆਂ, ਧੀਆਂ ਆ ਗਈਆਂ 4, ਪੁੱਤ ਵੀ ਆਉਣਾ ਸੀ, ਇੱਕ ਵੰਸ਼ ਅੱਗੇ ਵੱਧਦਾ? ਨਹੀਂ ਇਦਾਂ ਤਾਂ ਹੁਣ ਤਾਂ ਨਹੀਂ ਮਹਿਸੂਸ ਹੁੰਦਾ, ਹੁਣ ਤਾਂ ਵੱਡੇ ਹੋ ਗਏ ਬੱਚੇ। ਪਹਿਲਾਂ ਤਾਂ ਸੀ ਵੀ ਜੇ 4 ਨਿਆਣੇ ਕਿੱਦਾਂ ਪਾਲਣੇ ਆ ਜੀ, ਕਿੱਦਾਂ ਇਹਨਾਂ ਦਾ ਫਿਊਚਰ ਬਣੂਗਾ। ਹੁਣ ਇਹਨਾਂ ਦਾ ਫਿਊਚਰ ਗਾਂ ਤੁਹਾਡੇ ਮੀਡੀਆ ਦੇ ਯੁੱਗ ਨੇ ਬਣਾ ਹੀ ਦਿੱਤਾ। ਹੁਣ ਤਾਂ ਹਿੰਮਤ ਰੱਖਦੀਆਂ ਬਹੁਤ ਜ਼ਿਆਦਾ, ਤੇ ਕਿਸੇ ਵੱਲੋਂ ਘਬਰਾਉਂਦੇ ਨਹੀਂ, ਅਸੀਂ ਵੀ ਨਹੀਂ ਘਬਰਾਉਂਦੇ, ਇਹ ਵੀ ਨਹੀਂ ਘਬਰਾਉਂਦੀਆਂ। ਬਾਕੀ ਇਹ ਥੋੜ੍ਹਾ ਬਹੁਤਾ ਲੜਕੀਆਂ ਨੂੰ ਜਿੰਨੀ ਕੁ ਅੜਚਣ ਆਉਂਦੀ ਹੁੰਦੀ ਹੈ, ਜੇ ਕੋਈ ਮਰਦਾਨਾ ਟਾਈਮ 'ਚ ਅੜਚਣ ਆਉਂਦੀ, ਉੱਦਾਂ ਤਾਂ ਕੋਈ ਸਾਡੇ ਨਾਲ ਤਾਂ ਕੋਈ ਨਹੀਂ ਹੈਗਾ। ਇਹਨਾਂ ਨੂੰ ਪੂਰੀ ਫੁੱਲ ਕੰਮ ਕਰਦੇ ਆ, ਆਪਣੀ ਮਿਹਨਤ ਨਾਲ ਲੈਂਦੇ ਆ। ਕਦੇ ਮਹਿਸੂਸ ਤਾਂ ਨਹੀਂ ਹੋਇਆ ਵੀ ਸਾਡੇ ਪੁੱਤ ਨਹੀਂ ਹੈਗਾ? ਨਹੀਂ ਹੁਣ ਦਿੱਤਾ ਪੁੱਤਾਂ ਵਾਲਾ। ਠੀਕ, ਬਹੁਤ ਵਧੀਆ ਹੈ ਜੀ। ਜਾਣੀ ਕਿ ਮਹਾਰਾਜ, ਮੈਂ ਤਾਂ ਕਹਿੰਦਾ ਵੀ ਇਦਾਂ ਹਰੇਕ ਦਾ ਇਹੀ ਸਿਸਟਮ ਹੋਣਾ ਚਾਹੀਦਾ। ਆਪਣੇ ਘਰਾਂ 'ਚ ਕਾਰੋਬਾਰ ਹੋਵੇ, ਬੱਚੇ ਕੋਲ ਹੀ ਹੋਣ। ਮੇਰੇ ਤਾਂ 4 ਬੱਚੇ, ਲੋਕ ਜਾਂਦੇ ਆ, ਮੈਂ ਆਪਣੇ ਬੱਚੇ ਭੇਜਿਆ ਨਹੀਂ ਕੋਈ ਬਾਹਰ। ਬਾਕੀ ਅਗਾਂਹ ਇਹਨਾਂ ਦੀ ਕਿਸਮਤ ਦਾ ਪਤਾ ਨਹੀਂ। ਮੈਂ ਤਾਂ ਕਿਹਾ ਵੀ ਇੱਥੇ ਰਹੋ, ਕੰਮ ਕਰੋ, ਸਾਡੇ ਕਿਤੇ ਕੁਝ ਹੋ ਜਾਏ ਤਾਂ ਚੱਕਣ ਵਾਲੇ ਤਾਂ ਬਣੋਗੇ ਸਾਨੂੰ। ਕੀ ਸੋਚਿਆ ਵੀ ਧੀਆਂ ਨੂੰ ਇਸੇ ਕੰਮ ਦੇ ਵਿੱਚ ਹੀ ਪਾਉਣਾ, ਕੁਝ ਹੋਰ ਵੀ ਆਪਾਂ ਕਰਨਾ? ਇਹ ਕੰਮ ਤਾਂ ਪਹਿਲਾਂ ਸਿੱਖਣ ਵਾਸਤੇ ਆ, ਗਾਂ ਇਹਨੂੰ ਬਿਜ਼ਨਸ ਤੌਰ ਤੇ ਤਾਂ ਬਹਿ ਕੇ ਕਰ ਸਕਦੀਆਂ। ਇਦਾਂ ਦੀ ਗੱਲ ਹੈ, ਇਹ ਹੱਥੀਂ ਕਰਨਾ, ਆਪਣੀ ਲੇਬਰ ਰੱਖਣੀ ਆ, 4 ਬੰਦੇ ਰੱਖਣ, ਇਹਨੂੰ ਕੰਮ ਕਰਨ, ਸਾਰਿਆਂ ਨੂੰ ਬਣਾ ਕੇ। ਇਹਦੇ ਇੱਕ ਜਦ ਤੱਕ ਸਾਨੂੰ ਖੁਦ ਨਹੀਂ ਕਰਨਾ ਆਉਂਦਾ, ਆਪਾਂ ਕਿਸੇ ਤੋਂ ਨਹੀਂ ਕਰਾ ਸਕਦੇ। ਸਾਡੀ ਤਾਂ ਸੋਚ ਹੈ ਵੀ ਪਹਿਲਾਂ ਤੁਸੀਂ ਆਪ ਇਸ ਕੰਮ ਨੂੰ ਸਿੱਖੋ, ਸਿੱਖ ਕੇ ਫਿਰ ਇਹਨੂੰ ਤੁਸੀਂ ਆਪਣਾ ਬਿਜ਼ਨਸ ਤੌਰ ਤੇ ਵਧਾ ਲਓ, ਜਿੰਨਾ ਮਰਜ਼ੀ ਵਧਾ ਲਓ। ਹੁਣ ਇਹਨਾਂ ਨੂੰ ਬਣਾਉਣੇ ਆ ਬੱਚੇ। ਸਾਡੇ ਛੋਟੀ ਕੁੜੀ ਇਹਦੇ ਨਾਲ ਡਿਸਟਰੀਬਿਊਟਰ ਬਣਾਈ ਆ, ਸਮਾਨ ਲੈ ਕੇ ਵੇਚਦੀ ਆ ਮੇਰੇ ਕੋਲ। ਉਹਨੂੰ ਕੰਮ ਨੂੰ ਗਾਂ ਵਧਾਉਣਗੀਆਂ ਤਾਂ ਅਕਸਰ ਇਹਨਾਂ ਦੀ ਫੈਮਿਲੀ ਗਾਂ ਜਾ ਕੇ ਮੈਰਿਜ ਦੇ ਵਿੱਚ ਵੀ ਬਿਜ਼ਨਸ ਤਾਂ ਕਰ ਹੀ ਸਕਦੀਆਂ, ਕੋਈ ਐਸੀ ਗੱਲ ਨਹੀਂ ਹੈਗੀ, ਵਧੀਆ ਕਰ ਸਕਦੀਆਂ। ਕਦੇ ਅੜਿੱਕਣਾ ਬਹੁਤ ਹੋ ਜਾਂਦੀ, ਕੋਈ ਕੰਮ ਇਦਾਂ ਦੇ ਨਹੀਂ ਹਨਾ। ਕਈ ਵਾਰ ਅਗਲੇ ਪਰਿਵਾਰ ਨਹੀਂ ਸਮਝਦੇ ਹੁੰਦੇ ਧੀਆਂ ਦੇ ਦੁੱਖ ਨੂੰ, ਇੱਕ ਬਾਪ ਤਾਂ ਸਮਝ ਲੈਂਦਾ ਪਰ ਨਹੀਂ ਇਦਾਂ ਨਹੀਂ। ਜੇ ਤੁਸੀਂ ਅੱਜ ਪੁੱਛੋ, ਅੱਜ ਮੀਡੀਆ ਦੇ ਵਿੱਚ ਜਿੰਨੀ ਇਹਨਾਂ ਦੀ ਵੀਡੀਓ ਚੱਲੀ ਆ ਨਾ, ਮੇਰੇ ਖਿਆਲ ਵਿੱਚ ਮੈਨੂੰ ਹੋਰ ਕਿਸੇ ਦੇ ਫੋਨ ਘੱਟ ਆਉਂਦੇ, ਮੁੰਡਿਆਂ ਦਾ ਵਿਆਹ ਕਰਨ ਵਾਲੇ ਤੇ ਜ਼ਿਆਦਾ ਆਉਂਦੇ ਵੀ ਇਦਾਂ ਦੀਆਂ ਕੁੜੀਆਂ ਸਾਨੂੰ ਚਾਹੀਦੀਆਂ ਆ, ਸਾਡੇ ਕਾਰੋਬਾਰ ਨੇ, ਸਾਡੇ ਪਰਿਵਾਰ 'ਚ ਸਾਡੇ ਨਾਲ ਹਿੰਮਤ ਦੇਣ ਨੂੰ ਹੋਣ, ਸਾਡੇ ਬੱਚਿਆਂ ਦੇ ਨਾਲ ਬਰਾਬਰ ਖੜਨ। ਮੇਰੇ ਖਿਆਲ ਜ਼ਿਆਦਾ ਕਰਕੇ ਇਹੀ ਫੋਨ ਮੈਨੂੰ ਆਉਂਦੇ ਵੀ ਤੁਸੀਂ ਲੜਕੀ ਦੀ ਸ਼ਾਦੀ ਕਰਨੀ ਹੈ, ਸਾਨੂੰ ਇਦਾਂ ਦੀ ਲੜਕੀ ਚਾਹੀਦੀ ਆ ਜਿਹੜੀ ਮੂਹਰੇ ਆਪਾਂ ਨੂੰ ਕੰਮ ਕਰਨ ਨੂੰ ਨਹੀਂ। ਲੋਕਾਂ ਦੇ ਵੱਡੇ ਵੱਡੇ ਬਿਜ਼ਨਸ ਉਹਨਾਂ ਨੂੰ ਸਾਂਭਣ ਵਾਲਾ ਹੈ ਨਹੀਂ ਕੋਈ, ਇਦਾਂ ਦੀ ਨਹੀਂ ਗੱਲ ਹੈਗੀ। ਬਹੁਤ ਬਿਜ਼ਨਸ ਵਾਲੇ ਬੈਠੇ ਆ ਜਿਨ੍ਹਾਂ ਨੂੰ ਉਹਨਾਂ ਕੋਲ ਮੇਨ ਪਾਵਰ ਘੱਟ ਹੈ, ਉਹਨਾਂ ਨੂੰ ਇਦਾਂ ਦੇ ਬੱਚੇ ਚਾਹੀਦੇ ਆ ਜਿਹਨਾਂ ਕੋਲ ਮੇਨ ਪਾਵਰ ਘੱਟ ਆ। ਜੇ ਹੁਣ ਸਾਡੇ ਕੋਲ ਵੀ ਜੇ ਕੰਮ ਵਧਾਂਗੇ ਤਾਂ ਸਾਡੇ ਕੋਲ ਵੀ ਮੇਨ ਪਾਵਰ ਘੱਟ ਹੀ ਆ। ਅਸੀਂ ਵੀ ਕੁੜੀਆਂ ਕੋਈ ਕੰਮ ਸਿੱਖਦੀਆਂ ਨੇ? ਨਹੀਂ, ਮੇਰੇ ਕੋਲ ਪਿੰਡ ਦੀ ਇੱਕ ਕੁੜੀ ਆਈ ਸੀਗੀ, ਥੋੜ੍ਹਾ ਚਿਰ ਲਾਇਆ, ਉਹਨੇ ਸਿੱਖ ਗਈ ਸੀਗੀ, ਲੇਕਿਨ ਉਹਨਾਂ ਦੇ ਪਿੰਡਾਂ ਦੇ ਮਾਹੌਲ ਨੇ, ਆਂਢ ਗੁਆਂਢ ਨਹੀਂ ਉਹਨੂੰ ਗਾਂਹ ਕਰ ਦਿੰਦੇ। ਨਹੀਂ ਤਾਂ ਮੈਂ ਤਾਂ ਸਕਦੀ, ਪਹਿਲਾਂ ਤਾਂ ਮੇਰੀ ਸੋਚ ਆ ਵੀ ਮੈਂ ਕੋਈ ਲੜਕੀ ਆਵੇ, ਉਹਨੂੰ ਬਿਲਡਿੰਗ ਸਿੱਖੇ, ਕੋਲੋਂ ਪੈਸੇ ਉੱਦਾਂ ਵੀ ਦਿੰਦਾ ਹੀ ਆ, ਚਲੋ ਇਹ ਤਾਂ ਕਰਦੀਆਂ। ਉਹ ਜੇ ਕਰਨ ਤੋਂ ਬਿਨਾਂ ਵੀ ਸਿੱਖਣ ਦੇ ਵੀ ਉਹਨੂੰ ਪੈਸੇ ਦਊਂਗਾ। ਦਿੱਕਤ ਤਾਂ ਨਹੀਂ, ਕਿਉਂਕਿ ਪਿੰਡ ਦੇ ਫਿਰ ਵੀ ਕਿਤੇ ਨਾ ਕਿਤੇ ਜਿਨ੍ਹਾਂ ਦੀ ਥੋੜੀ ਪਛੜੀ ਸੋਚ ਹੋ ਜਾਂਦੀ, ਕਹਿ ਦਿੰਦੇ ਨੇ ਵੀ ਕੁੜੀਆਂ ਨੂੰ ਕਿਹੜੇ ਕੰਮਾਂ 'ਚ ਪਾਇਆ ਤੁਸੀਂ? ਨਹੀਂ, ਮਾੜਾ ਮੋਟਾ ਕਹਿੰਦੇ ਆ। ਨਹੀਂ ਜਿਆਦਾ ਹੁਣ ਕੋਈ ਬੰਦਾ ਇੱਥੇ ਸਾਡੇ ਕੋਲ ਕੋਈ ਕੰਮ ਕਰਾਉਣ ਆਉਂਦਾ, ਕਿਸੇ ਦੀ ਕੋਈ ਚੀਜ਼ ਟੁੱਟੀ ਹੋਵੇ, ਉਸ ਵੇਲੇ ਉਹਨੇ ਕਣਕ ਦੀ ਕਤਰਾਈ ਆ ਜਾਂ ਕੋਈ ਕੰਮ ਕਰਦੇ ਜਾਂ ਕੁੜੀ ਬਿਲਡ ਕਰਕੇ ਦੇ ਦਿੰਦੀ ਆ, ਤਾਂ ਉਦੋਂ ਤਾਂ ਅਗਲਾ ਦੇਖਦਾ ਨਾ ਵੀ ਮੈਂ ਹੁਣ ਕਿੱਥੇ ਜਾਂਦਾ। ਰਾਤ ਨੂੰ 12-1 ਵਜੇ ਸਾਡੇ ਕੋਲ ਉੱਠ ਕੇ ਆਉਂਦੇ ਆ ਬਿਲਡ ਕਰਾਉਣੇ, ਕੁੜੀਆਂ ਕਰਕੇ ਦਿੰਦੀਆਂ, ਵਰਕਰ ਥੋੜੀ ਦਿੰਦਾ ਕਰਾ ਕੇ। ਧੰਨਵਾਦ ਕਰਦੇ ਆ, ਪੈਸੇ ਦੇ ਕੇ ਜਾਂਦੇ ਆ, ਸ਼ੁਕਰਾਨਾ ਵੀ ਕਰਦੇ ਆ, ਵਧੀਆ ਗੱਲ ਹੈ। ਇੱਦਾਂ ਦੀ ਗੱਲ ਆ ਸਾਰੀ ਨੂੰ। ਬਾਕੀ ਤੁਹਾਨੂੰ ਪਤਾ ਹੀ ਆ, ਮੀਡੀਆ ਵਾਲਿਆਂ ਦੀ ਮਿਹਰਬਾਨੀ ਆ ਜੀ, ਥੋੜ੍ਹਾ ਜਿਹਾ ਇਹ ਜ਼ਿਆਦਾ ਸਾਨੂੰ ਦੱਸੀ ਜਾਂਦੇ ਆ ਲੋਕਾਂ ਦੇ ਵਿੱਚ। ਇਹ ਜਿਹਾ ਮਤਲਬ ਕਿ ਨਾ ਇਦਾਂ ਦੇ ਕੰਮ ਬਹੁਤ ਘੱਟ ਜਿਹੜੇ ਨੇ ਲੋਕ ਕਰਾਉਂਦੇ ਨੇ, ਹਾਲਾਂਕਿ ਮਾਂ-ਬਾਪ ਵੀ ਨਹੀਂ ਕੋਈ ਕਰਾਉਂਦਾ। ਨਹੀਂ, ਮੈਂ ਤਾਂ ਜਿੱਦਾਂ ਇਹ ਹੁਣ ਮੇਰੀ ਸੋਚ ਨਹੀਂ ਹੈਗੀ, ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਜੇ ਕੁੜੀ ਹੋਵੇ ਜਾਂ ਮੁੰਡਾ ਹੋਵੇ, ਉਹਨੂੰ ਆਪਣੇ ਪੈਰੀ ਹੋਣਾ ਚਾਹੀਦਾ, ਪੈਰੀ ਹੋਣਾ ਚਾਹੀਦਾ। ਕੋਈ ਵੀ ਹੋਵੇ, ਕੋਈ ਮਾੜਾ ਚੰਗਾ, ਹਾਂਜੀ, ਉਹਨੂੰ ਆਪਣੇ ਪੈਰੀ ਹੋਣਾ ਚਾਹੀਦਾ ਤੇ ਆਪਣਾ ਕਾਰੋਬਾਰ ਕਰੇ। ਆਪਣੇ ਜੇ ਮਾਂ-ਬਾਪ ਦਾ ਕੰਮ ਆ ਉਹਨੂੰ ਸਾਂਭੇ, ਕਿ ਜਿਹੜੀ ਅੱਜ ਕੱਲ੍ਹ ਦੀ ਹਾਲਾਤ ਆ, ਨਵੀਂ ਜਨਰੇਸ਼ਨ ਕੰਮ ਦੇ ਵਿੱਚੋਂ ਦੌੜ ਰਹੀ ਆ। ਦੌੜਨਾ ਨਹੀਂ ਚਾਹੀਦਾ, ਥੋੜ੍ਹਾ ਜਿਹਾ ਔਖਾ ਆ, ਬਾਅਦ 'ਚ ਬੰਦੇ ਨੂੰ ਚੱਲ ਪੈਂਦਾ ਕੰਮ। ਆਪਣੇ ਖਰਚੇ ਕਵਰ ਕਰੋ, ਨਾ ਫਾਲਤੂ ਖਰਚੇ ਕਰੋ, ਇਹ ਤਾਂ ਕੋਈ ਕਮੀ ਨਹੀਂ। ਸਾਡੇ ਤਾਂ ਅੱਜ ਤੋਂ 20 ਸਾਲ ਪਹਿਲਾਂ ਵੀ 400 ਦਾ ਖਰਚਾ ਸੀ, ਹੁਣ ਵੀ 400 ਦਾ ਹੀ।
ਲੋਕ ਕਹਿੰਦੇ ਮਹਿੰਗਾਈ, ਅਸੀਂ ਕਹਿੰਦੇ ਨਹੀਂ ਮਹਿੰਗਾਈ, ਸਾਡੇ ਲਈ ਕੋਈ ਮਹਿੰਗਾਈ। ਸੋਸ਼ਲ ਮੀਡੀਆ ਤੇ ਬਹੁਤ ਤੁਹਾਡੀਆਂ ਵੀਡੀਓ ਮੈਂ ਦੇਖੀਆਂ ਵਾਇਰਲ ਹੋਈਆਂ ਸੀਗੀਆਂ, ਉੱਥੋਂ ਹੀ ਥੋੜਾ ਮਿਲਿਆ ਫੇਮ, ਜਾਂ ਫਿਰ ਜਦੋਂ ਮੀਡੀਆ ਦੇ ਵਿੱਚ ਆਏ ਫਿਰ? ਨਹੀਂ, ਮੈਨੂੰ ਤਾਂ ਵੈਸੇ ਜਦੋਂ ਮੇਰੀਆਂ 5-7 ਕੇ ਵੀਡੀਓਜ਼ ਹੋਈਆਂ ਸੀ, ਜਦੋਂ ਲੋਕਾਂ ਨੂੰ ਪਤਾ ਲੱਗਾ ਸੀ ਵੀ ਇਹ ਕੰਮ ਕਰਦੀ ਹੈ, ਕਈ ਤਾਂ ਚਲ ਉਵੇਂ ਉਹਨਾਂ ਨੂੰ ਇੱਦਾਂ ਲੱਗਦਾ ਸੀ ਵੀ ਉੱਦਾਂ ਹੀ ਆ, ਵੀਡੀਓ ਬਣਾਉਣ ਲਈ ਆਉਂਦੀ ਆ। ਪਰ ਜਦੋਂ ਕੰਟੀਨਿਊ ਲਗਾਤਾਰ ਮੇਰੀਆਂ ਵੀਡੀਓਜ਼ ਆਉਣ ਲੱਗੀਆਂ ਸੀ, ਮੈਨੂੰ ਇੰਟਰਵਿਊ ਦੇ ਲਈ ਉਦੋਂ ਹੀ ਮੈਸੇਜ ਆਉਣੇ ਸ਼ੁਰੂ ਹੋ ਗਏ ਸੀ। ਬਟ ਮੈਂ ਇਗਨੋਰ ਕਰਦੀ ਸੀ ਕਿਉਂਕਿ ਮੈਨੂੰ ਇੱਦਾਂ ਲੱਗਦਾ ਸੀ ਮੈਂ ਹਜੇ ਮੇਰੇ 'ਚ ਉਹ ਕੋਈ ਗੁਣ ਹੀ ਨਹੀਂ ਹੈਗਾ। ਵੈਲਡਿੰਗ ਕਰਦੇ ਤਾਂ ਸਾਡਾ ਘਰ ਦਾ ਕੰਮ ਸੀ, ਮੈਨੂੰ ਨਹੀਂ ਸੀ ਲੱਗਦਾ ਵੀ ਕੋਈ ਜ਼ਿਆਦਾ ਹੋਊਗਾ, ਵੀ ਜ਼ਿਆਦਾ ਅੱਗੇ ਤੱਕ ਗੱਲ ਜਾਊਗੀ। ਸੋ ਫਿਰ ਇੱਕ ਵੀਰ ਨਾਲ ਗੱਲ ਹੋਈ ਸੀਗੀ ਤੇ ਉਹ ਕਹਿੰਦੇ ਵੀ ਨਹੀਂ ਹੁਣ ਤੂੰ ਕਰਦੀ ਆ ਕੰਮ, ਇਹ ਵੱਖਰੀ ਸਟੋਰੀ ਆ, ਇਹ ਲੋਕਾਂ ਤੱਕ ਆਉਣੀ ਚਾਹੀਦੀ ਆ। ਸੋ ਫਿਰ ਉਹ ਵੀਰ ਜੀ ਆਏ, ਬਸ ਉਦੋਂ ਤਾਂ ਹੀ ਰੌਲਾ ਜਿਹਾ ਪੈ ਗਿਆ। ਹਾਂਜੀ, ਵਧੀਆ ਲੱਗਦਾ? ਨਹੀਂ, ਸਾਡੇ ਲਈ ਤਾਂ ਉਹੀ ਲਾਈਫ ਆ ਸੇਮ, ਜਿੱਦਾਂ ਕਈਆਂ ਨੂੰ ਇੱਦਾਂ ਆ ਬਈ ਸ਼ਾਇਦ ਤੇਰੀ ਲਾਈਫ ਬਹੁਤ ਚੇਂਜ ਹੋ ਗਈ ਹੋਗੀ ਤੁਹਾਡੀ, ਬਟ ਨਹੀਂ, ਸਾਨੂੰ ਸੇਮ ਉੱਦਾਂ ਹੀ ਆ, ਉੱਦਾਂ ਹੀ ਉੱਠ ਕੇ ਕੰਮ ਤੇ ਆਉਣਾ, ਉੱਦਾਂ ਹੀ ਕੰਮ ਕਰਨਾ, ਉੱਦਾਂ ਹੀ ਵੀਡੀਓਜ਼ ਬਣਾ ਲਈਆਂ, ਬਸ ਆ ਗਏ ਚਲ ਗਏ ਖਾ ਲਏ, ਕੁਛ ਡਿਫਰੈਂਟ ਕੁਛ ਅਲੱਗ ਨਹੀਂ ਹੈਗਾ। ਲੋਕੀ ਇਦਾਂ ਕਿ ਕਹਿੰਦੇ ਆ ਸ਼ੌਪ ਤੇ, ਹਾਂ ਮੈਂ ਤੁਹਾਡੀ ਵੀਡੀਓ ਦੇਖੀ ਸੀਗੀ, ਮੈਂ ਤਾਂ ਆਇਆ ਆ ਵੀ ਕੁੜੀਆਂ ਨੂੰ ਜਾ ਕੇ ਮਿਲ ਕੇ ਆਈਏ। ਖੁਸ਼ੀ ਤਾਂ ਹੁੰਦੀ ਹੈ ਨਾ ਇਹ ਚੀਜ਼? ਹਾਂਜੀ, ਖੁਸ਼ੀ ਹੁੰਦੀ ਆ ਵੀ ਲੋਕ ਕਿੱਤਾ ਤੁਹਾਨੂੰ ਹੁਣ ਇੱਕ ਵੱਖਰੀ ਪਛਾਣ ਵੀ ਬਣਾ ਰਿਹਾ। ਹਾਂਜੀ, ਇੱਕ ਗੱਲ ਆ, ਮੈਨੂੰ ਕੱਲ ਸਾਨੂੰ ਕਿਸੇ ਦਾ ਫੋਨ ਆਇਆ ਸੀਗਾ, ਉਹ ਬੰਦਾ ਕਹਿੰਦਾ ਕਦੀ ਘਬਰਾਉਣਾ ਨਹੀਂ ਹੈਗਾ, ਕਹਿੰਦਾ ਆਪਾਂ ਮਿਸਤਰੀ ਬੰਦੇ ਹੁੰਦੇ ਆ, ਕਹਿੰਦਾ ਆਪਣੇ ਨਾਲ ਜੀ ਲੱਗਦਾ ਆ, ਹੋਰ ਕੋਈ ਕੰਮ 'ਚ ਨਹੀਂ। ਅਗਲਾ ਹੁਣ ਇੱਥੇ ਕੋਈ ਵੀ ਆਉਂਦਾ ਵੀ ਮਿਸਤਰੀ, ਉਹ ਬੰਦੇ ਮਿਸਤਰੀ ਕੋ ਜਾ ਕੇ ਕੰਮ ਕਰਾ ਕੇ ਆਉਂਦੇ ਆ। ਜਿਵੇਂ ਇੱਦਾਂ ਆ, ਸਾਰੇ ਕਹਿੰਦੇ ਜਦ ਜੱਟਾਂ ਦੀਆਂ ਕੁੜੀਆਂ ਖੇਤੀ ਕਰ ਸਕਦੀਆਂ ਤੇ ਤਖਾਣਾ ਦੀਆਂ ਕੁੜੀਆਂ ਵੈਲਡਿੰਗ ਕਿਉਂ ਨਹੀਂ ਕਰ ਸਕਦੀਆਂ ਹੈਗੀਆਂ। ਹਾਂਜੀ, ਕੰਮ ਕੋਈ ਛੋਟਾ ਮੋਟਾ ਨਹੀਂ ਹੈ ਨਾ, ਨਹੀਂ ਹੈਗਾ। ਜੋ ਤੁਸੀਂ ਬਸ ਇੱਕ ਲਾਈਨ ਫੜ ਲਓ ਵੀ ਪਤਾ ਆ ਵੀ ਤੁਸੀਂ ਇਸ ਲਾਈਨ ਦੇ ਵਿੱਚ ਕਾਮਯਾਬ ਹੋਣਾ, ਚਾਹੇ ਉਹ ਛੋਟਾ ਆ ਚਾਹੇ ਉਹ ਵੱਡਾ ਆ, ਆਪਣਾ ਦਿਲ ਲਾ ਕੇ ਕੰਮ ਕਰੋ, ਤੁਹਾਨੂੰ ਪਰਮਾਤਮਾ ਕਾਮਯਾਬੀ ਜ਼ਰੂਰ ਦਊਗਾ ਇੱਕ ਦਿਨ। ਕੀ ਕਹਿਣਾ ਚਾਹੋਗੇ ਉਹਨਾਂ ਮਾਪਿਆਂ ਨੂੰ ਜਿਹੜੇ ਅੱਜ ਵੀ ਬਹੁਤ ਸਾਰੇ ਕੰਮ ਹੈਗੇ ਨੇ ਜਿਹੜੇ ਉਹਨਾਂ ਪਿੱਛੇ ਆਪਣੇ ਧੀਆਂ ਨੂੰ ਬਹੁਤ ਪਿੱਛੇ ਛੱਡਦੇ ਨੇ? ਹਾਲਾਂਕਿ ਸ਼ੌਂਕ ਬਹੁਤ ਹੁੰਦਾ ਕੁੜੀਆਂ ਦੇ ਮਨਾਂ ਦੇ ਵਿੱਚ, ਅਸੀਂ ਆਹ ਕੰਮ ਕਰਨਾ, ਪਰ ਕਿਤੇ ਨਾ ਕਿਤੇ ਮਾਪੇ ਕਿਸੇ ਕੰਮ 'ਚ ਕਤਰਾ ਜਾਂਦੇ। ਇੱਦਾਂ ਆ ਵੀ ਜੇ ਅਸੀਂ ਦੇਖੋ, ਜੇ ਕੋਈ ਹੁਣ BA ਕੁੜੀ ਪੜ੍ਹੀ ਹੋਵੇ ਜਾਂ MA ਕੀਤੀ ਉਹਨੇ, ਜੇ ਉਹਦੇ ਕੋਲ ਫ੍ਰੀ ਟਾਈਮ ਹੈਗਾ ਆ ਜਾਂ ਕਿਸੇ ਮਾਲ 'ਚ ਲੱਗੂਗੀ, ਮੇਰੇ ਖਿਆਲ ਨਹੀਂ ਕੋਈ 500-700 ਰੁਪਏ ਤੋਂ ਬਾਅਦ 5-7 ਹਜ਼ਾਰ ਤੋਂ ਵੱਧ ਦਿੰਦਾ। ਜੇ ਉਹ ਟੈਕਨੀਕਲ ਮਕੈਨੀਕਲ ਲਾਈਨ 'ਚ ਜਾਊਗੀ, ਮੇਰੇ ਖਿਆਲ ਨਹੀਂ ਵੀ ਉਹਨੂੰ ਵਾਲਾ ਬੈਨੀਫਿਟ ਹੋਊਗਾ। ਉਹਨੂੰ ਬੱਚਿਆਂ ਨੂੰ, ਉਹਦੇ ਮਾਂ-ਬਾਪ ਨੂੰ ਵੀ ਉਹਨੂੰ ਟਾਈਮ ਦੇਣਾ ਚਾਹੀਦਾ ਜੇ ਚਾਹੇ ਕਰਨਾ ਚਾਹੁੰਦੇ। ਵੈਸੇ ਲਾਉਂਦਾ ਤਾਂ ਮਾਂ-ਬਾਪ ਹੀ ਹੁੰਦਾ ਆ, ਬੱਚੇ ਕਦੇ ਕਿਸੇ ਕੰਮ ਨੂੰ ਲੱਗਦੇ ਨਹੀਂ ਹੁੰਦੇ, ਮਾਂ-ਬਾਪ ਹੀ ਉਹਨੂੰ ਉਤਸ਼ਾਹ ਦਿੰਦਾ ਆ ਵੀ ਤੂੰ ਆਹ ਕਰ। ਬੱਚਾ ਤਾਂ ਕੋਈ ਵੀ ਨਹੀਂ, ਬੱਚੇ ਨੂੰ ਤਾਂ ਆਪਾਂ ਤੁਰਨਾ ਸਿਖਾ ਲੈਣਾ ਵੀ ਤੁਸੀਂ ਕਿੱਧਰ ਨੂੰ ਜਾਣਾ ਹੈ, ਕਿਹੜਾ ਕੰਮ ਕਰਨਾ ਹੈ। ਜੇ ਮਾਂ-ਬਾਪ ਹੀ ਕੋਈ ਲਾਵੇ, ਕੰਮ ਮਾੜਾ ਨਹੀਂ ਹੈਗਾ। ਜਦ ਆਪਾਂ ਬਾਹਰਲੀਆਂ ਕੰਟਰੀਆਂ 'ਚ ਕਰਦੇ ਹਾਂ ਤੇ ਇੱਥੇ ਵੀ ਆਪਾਂ ਨੂੰ ਕਰਨਾ ਕੋਈ ਔਖਾ ਗੱਲ ਨਹੀਂ ਹੈਗੀ, ਬਾਹਰ ਵੀ ਆਪਾਂ ਸਾਰੇ ਕੰਮ ਕਰਦੇ ਹਾਂ, ਉੱਥੇ ਕੋਈ ਨਹੀਂ ਕਹਿੰਦਾ। ਮੇਰੇ ਖਿਆਲ ਤਾਂ ਵੀ ਲੜਕੀ ਹੋਵੇ ਜਾਂ ਮੈਰਿਡ ਵੀ ਹੋਵੇ ਤਾਂ ਵੀ ਕੋਈ ਨਹੀਂ, ਉਹਨੂੰ ਉਹਦੇ ਆਦਮੀ, ਉਹਦਾ ਜੋੜੀਦਾਰ ਪਾਰਟਨਰ ਵਧੀਆ ਹੋਣਾ ਚਾਹੀਦਾ। ਉੱਥੇ ਵਿਸ਼ਵਾਸ, ਇਹ ਤਾਂ ਇੱਕ ਵਿਸ਼ਵਾਸ ਦਾ ਖਾਤਾ ਹੈ। ਸਾਡੀ ਆਪਣੀ ਮੇਰੀ ਵਾਈਫ ਹੈ, 5 ਭੈਣਾਂ ਹੈ ਜੀ। ਅਸੀਂ ਆਪਣੀ ਸੱਸ ਨੂੰ ਕਈ ਵਾਰੀ ਕਹੀਦਾ ਤੂੰ ਮੋਤੀ ਦਾਨ ਕੀਤੇ ਆ ਵੀ ਕੋਈ, ਜਿਹੜੇ ਤੇਰਾ ਜਵਾਈ ਤੈਨੂੰ ਕਦੇ ਕੁਝ ਕਹਿੰਦਾ ਨਹੀਂ। ਇੱਦਾਂ ਜੇ ਸਾਡੀਆਂ 4 ਕੁੜੀਆਂ ਤਾਂ ਸਾਨੂੰ ਵੀ ਜਵਾਈ ਜਿਹੜੇ ਆ ਉਹ ਵੀ ਇਸੇ ਤਰੀਕੇ ਨਾਲ ਚਾਹੁੰਦੇ ਆ ਵੀ ਸਾਨੂੰ ਵੀ ਮਿਲਣ, ਇੱਦਾਂ ਹੀ ਮਿਲਣ ਜਿੱਦਾਂ ਅਸੀਂ ਕਿਸੇ ਦੀ ਇੱਜ਼ਤ ਕਰਦੇ, ਸਾਡੀ ਵੀ ਗਾਂਹ ਕਰੇ, ਇਹੀ ਕਹਿ ਸਕਦੇ ਹਾਂ। ਬਾਕੀ ਬੱਚੇ ਮਾਂ-ਬਾਪ ਹੀ ਲਾਉਂਦੇ ਆ, ਬੱਚੇ ਨਹੀਂ ਕੋਈ ਵੀ ਲੱਗਦੇ ਹੁੰਦੇ। ਮਾਂ-ਬਾਪ ਨੂੰ ਲਾਉਣਾ ਚਾਹੀਦਾ, ਉਹਨੂੰ ਕਿਹੜੇ ਕੰਮ ਤੇ ਲਾਉਣਾ, ਕੰਮ ਕੋਈ ਨਹੀਂ, ਜਿਹੜਾ ਮਰਜ਼ੀ ਤੁਸੀਂ ਕਰਾ ਲਓ ਸਟਾਰਟਿੰਗ ਤੇ ਬੱਚਿਆਂ ਨੂੰ, ਬੱਚੇ ਉਸੇ ਪਾਸੇ ਨੂੰ ਤੁਰਦੇ। ਅੱਗੇ ਬਿਜ਼ਨਸ ਜਿਹੜਾ ਵੱਧਦਾ ਜਾਂਦਾ। ਆਖਰੀ ਸਵਾਲ ਲਊਂਗੀ, ਕੀ ਕਹਿਣਾ ਚਾਹੂੰਗੀ ਕੁੜੀਆਂ ਨੂੰ? ਕੁੜੀਆਂ ਆਪਣੇ ਮਾਪਿਓ ਦੀ ਗੱਲ ਸੁਣਨ। ਮੈਂ ਆਪਣੀ ਗੱਲ ਕਰਦੀ ਹਾਂ, ਮੈਂ ਜ਼ਿਆਦਾ ਨਹੀਂ ਸੀ, ਮੈਂ ਜਿੱਦੀ ਸੁਭਾਅ ਰੱਖ ਲਓ ਜਾਂ ਕੁਝ ਵੀ ਰੱਖ ਲਓ, ਮੀਨਸ ਕੁੜੀਆਂ ਨੂੰ ਆਪਣੇ ਮਾਪਿਓ ਦੀ ਗੱਲ ਸੁਣਨ, ਉਹਨਾਂ ਨਾਲ ਵਧੀਆ ਰਹਿਣ, ਵਧੀਆ ਡੀਲਿੰਗ ਕਰਨ। ਸੋ ਕਾਮਯਾਬੀ ਤੁਹਾਡੇ ਕਦਮਾਂ 'ਚ ਹੋਊਗੀ ਜੇ ਤੁਸੀਂ ਆਪਣੇ ਮਾਪਿਓ ਨੂੰ ਆਪਣੇ ਨਾਲ ਲੈ ਕੇ ਚੱਲੋਗੇ। ਸੇਮ ਹੀ ਆ ਵੀ ਘਰਦਿਆਂ ਦੀ ਗੱਲ ਮੰਨਣੀ ਚਾਹੀਦੀ ਆ, ਘਰ ਦੇ ਜਿਹੜੇ ਰਾਹ ਤੇ ਪਾਉਣ ਉਹੀ ਰਾਹ ਤੇ ਤੁਰਨ। ਇਹ ਨਹੀਂ ਵੀ ਕੋਈ ਆਪਣੇ ਰਾਹ ਤੇ ਤੁਰਾਂਗੇ ਕਦੀ ਕਾਮਯਾਬ ਨਹੀਂ ਹੋਵਾਂਗੇ। ਜੋ ਘਰ ਦੇ ਕਹਿੰਦੇ ਆ, ਜੋ ਦਿੰਦੇ ਨੇ ਸਹੀ ਸੇਧ, ਸਹੀ ਸਲਾਹ ਦਊਗੇ, ਕਦੀ ਆਪਾਂ ਨੂੰ ਗਲਤ ਰਾਹ ਤੇ ਨਹੀਂ ਪਾਉਗੇ ਵੀ। ਹਾਂਜੀ, ਉਹਨਾਂ 'ਚ ਘੱਟ ਆਓ, ਜੋ ਮਤਲਬ ਇੱਧਰ ਉੱਧਰ ਦੀ ਗੱਲ ਘੱਟ ਸੁਣੋ। ਸੋ ਕੁੜੀਆਂ ਲਈ ਖਾਸ ਕਰ ਇਹ ਆ ਵੀ ਇੱਧਰ ਉੱਧਰ ਦੀ ਗੱਲ ਘੱਟ ਸੁਣੋ ਤੇ ਆਪਣੇ ਇੱਕ ਬਣਾ ਲਓ ਟਾਰਗੇਟ ਬਣਾ ਲਓ ਤੇ ਉੱਤੇ ਕਨਸੈਂਟਰੇਟ ਕਰੋ।
ਸੋ ਇਹ ਸੁਨੇਹਾ ਜੀ ਇਹਨਾਂ ਧੀਆਂ ਦੇ ਵੱਲੋਂ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਕਿ ਜੋ ਕੰਮ ਕਰਾਂਗੇ ਅਸੀਂ ਚੰਗਾ ਕਰਾਂਗੇ ਤਾਂ ਵੱਡੀ ਗੱਲ ਹੈ। ਅਸੀਂ ਬਹੁਤ ਸਾਰੀਆਂ ਕੁੜੀਆਂ ਦੇਖਦੇ ਹਾਂ, ਧੀਆਂ ਦੇਖਦੇ ਹਾਂ, ਹਰ ਇੱਕ ਖੇਤਰ ਦੇ ਵਿੱਚ ਪੈਰ ਪਸਾਰ ਰਹੀਆਂ ਨੇ। ਕੋਈ ਵੀ ਖੇਤਰ ਹੋਵੇ, ਕਹਿੰਦੇ ਕੋਈ ਕੰਮ ਜਿਹੜਾ ਕੋਈ ਮਾੜਾ ਨਹੀਂ ਹੁੰਦਾ, ਚੰਗਾ ਨਹੀਂ ਹੁੰਦਾ। ਧੀਆਂ ਭੈਣਾਂ ਜਿਹੜੀਆਂ ਨੇ ਹਰ ਇੱਕ ਖੇਤਰ ਦੇ ਵਿੱਚ ਅੱਗੇ ਵਧ ਰਹੀਆਂ ਨੇ ਤੇ ਆਪਣੇ ਮਾਪਿਆਂ ਦਾ, ਆਪਣੇ ਪਿਤਾ ਦਾ ਜੋ ਨਾਮ ਹੈ ਉਹ ਵੀ ਰੌਸ਼ਨ ਕਰ ਰਹੀਆਂ ਨੇ। ਤੇ ਇਹ ਵੀ ਧੀਆਂ ਨੇ ਇੱਕ ਵੱਖਰਾ ਕਿੱਤਾ ਅਪਣਾ ਰਹੀਆਂ। ਹਾਲਾਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਹਨਾਂ ਦੇ ਜਦੋਂ ਵੀਡੀਓਜ਼ ਵਾਇਰਲ ਹੋਈਆਂ ਤਾਂ ਇਹ ਵੀ ਪਛਾਣ ਜਿਹੜੀਆਂ ਆਪਣੀ ਬਣਾ ਚੁੱਕੀਆਂ ਨੇ। ਤਾਂ ਕਹਿੰਦੇ ਕੰਮ ਕੋਈ ਵੀ ਚੰਗਾ ਨਹੀਂ ਹੁੰਦਾ, ਮਾੜਾ ਨਹੀਂ ਹੁੰਦਾ, ਬਸ ਇੱਕ ਦਿਲੋਂ ਸਿਦਕ ਨਾਲ ਜਿਹੜਾ ਅਸੀਂ ਕੰਮ ਕਰਦੇ ਉਹਦਾ ਮੁੱਲ ਜਿਹੜਾ ਜ਼ਰੂਰ ਪੈਂਦਾ। ਕੈਮਰਾਮੈਨ ਸੁਨੀਲ ਦੇ ਨਾਲ ਕਮਲਦੀਪ ਕੌਰ ਦੀ ਰਿਪੋਰਟ, ਜਲੰਧਰ।